ਇੱਥੇ ਡੰਡੇ ਦੀ ਮਾਰ ਤਾਂ ਹੈ ਨਹੀਂ ਗੀ, ਇੱਥੇ ਸਿਰਫ ਕਲਮ ਦੀ ਮਾਰ ਆ। ਜਦੋਂ ਕਲਮ ਦੀ ਮਾਰ ਵੱਜ ਜਾਂਦੀ ਹੈ, ਤੁਹਾਡਾ ਰੈਕਡ ਇੱਕ ਵਾਰੀ ਬਣ ਜਾਂਦਾ ਨਾ, ਤੁਸੀਂ ਨਾ ਤਾਂ ਕਿਸੇ ਗਵਰਨਮੈਂਟ ਜੋਬ ਲਈ ਤੁਸੀਂ ਅਪਲਾਈ ਕਰ ਸਕਦੇ ਹੋ, ਨਾ ਤੁਹਾਨੂੰ ਕਿਤੇ ਚੰਗੀ ਯੂਨੀਵਰਸਿਟੀ ਦਾਖਲਾ ਮਿਲਦਾ, ਨਾ ਹੀ ਤੁਸੀਂ ਕਿਸੇ ਬਾਰਡਰ ਕ੍ਰਾਸ ਕਰ ਸਕਦੇ ਹੋ, ਕਿਸੇ ਹੋਰ ਕੰਟਰੀ ਦਾ ਵੀਜ਼ਾ ਲੈ ਸਕਦੇ ਹੋ। ਇੱਥੋਂ ਦਾ ਕਾਨੂੰਨ ਇਹ ਵੀ ਨਹੀਂ ਹੈਗਾ ਵੀ ਭਾਈ ਜੀ ਨੇ ਮਾੜਾ ਮੋਟਾ ਕ੍ਰਾਈਮ ਕੀਤਾ ਉਹਨੂੰ ਚੱਕ ਕੇ ਤੁਸੀਂ ਡਿਪੋਰਟ ਕਰ ਦਿੰਦੇ ਹੋ, ਉਹਦੇ ਲੈਵਲ ਦੇਖਿਆ ਜਾਂਦਾ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਿਉਂਕਿ ਅਸੀਂ ਜਗਾਉਣਾ ਚਾਹੁੰਦੇ ਹਾਂ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਇੱਦਾਂ ਦੀਆਂ ਗਤੀਵਿਧੀਆਂ ਨਾਲ, ਪਰ ਹੋ ਸਕਦਾ ਕਿ ਉਹ ਉਹਨਾਂ ਦੇ ਨਾਲ ਕਾਰ ਦੇ ਵਿੱਚ ਆਉਂਦੇ ਜਾਂਦੇ ਹੋਣ, ਹੋ ਸਕਦਾ ਕਿ ਉਹਨਾਂ ਦੇ ਨਾਲ ਉਹਨਾਂ ਦੀ ਬੇਸਮੈਂਟ ਸਾਂਝੀ ਹੋਵੇ, ਘਰ ਸਾਂਝਾ ਹੋਵੇ ਜਿੱਥੇ ਉਹ ਰਹਿੰਦੇ ਹੋਣ। ਜਿਹੜਾ ਤੁਹਾਡਾ ਮਕਸਦ ਇੱਥੇ ਆਉਣਾ ਸੀ ਉਹ ਮਕਸਦ ਨੂੰ ਪੂਰਾ ਕਰੋ, ਨਾ ਕਿ ਤੁਸੀਂ ਇਹ ਸੋਚੋ ਕਿ ਮੈਨੂੰ ਉੱਥੇ ਫਰੀडम ਬਹੁਤ ਮਿਲ ਗਈ, ਮੈਂ ਕੁਛ ਵੀ ਕਰ ਸਕਦਾ। ਜਿਹੜਾ ਸ਼ਰਾਬ ਪੀ ਕੇ ਜਾਂ ਗੱਡੀ ਚਲਾਉਣ ਨੂੰ ਅਸੀਂ ਇੰਪੇਅਰ ਡਰਾਈਵਿੰਗ ਕਹਿ ਦਿੰਦੇ ਹਾਂ। ਇੰਪੇਅਰ ਡਰਾਈਵਿੰਗ ਦਾ ਮਤਲਬ ਤੁਸੀਂ ਜਦੋਂ ਸ਼ਰਾਬ ਪੀ ਕੇ ਗੱਡੀ ਚਲਾਉਣੇ ਆ ਜਾਂ ਤੁਸੀਂ ਕੋਈ ਡਰੱਗ ਖਾਧੀ ਹੈ ਗੱਡੀ ਚਲਾਉਣੇ ਆ, ਉਹਦੇ ਜਿਹੜੇ ਜੁਰਮ ਆ ਬਹੁਤ ਹੀ ਗੰਭੀਰ, ਬਹੁਤ ਹੀ ਵੱਡਾ ਜੁਰਮ ਮੰਨਿਆ ਜਾਂਦਾ ਕੈਨੇਡਾ ਦੇ ਵਿੱਚ। ਸਟ੍ਰਾਬੇਰੀ ਹਿੱਲ ਪਲਾਜ਼ੇ ਵਾਲੀ ਜਿਹੜੀ ਘਟਨਾ ਘਟੀ ਸੀ, ਕੀ ਉਹਦੇ ਤੋਂ ਬਾਅਦ ਕੋਈ ਸਖਤੀ ਕੀਤੀ ਗਈ ਹੈ ਉਸ ਤਰ੍ਹਾਂ ਦੀਆਂ ਘਟਨਾਵਾਂ ਦੇ ਉੱਤੇ? ਸਰੀ RCMP ਉਧਰਲੇ ਪਾਸੇ ਨੂੰ ਗੰਭੀਰਤਾ ਪਹਿਲਾਂ ਨਾਲੋਂ ਵੱਧ ਕੁਝ ਦਿਖਾ ਰਹੀ ਹੈ ਜੀ। ਉੱਥੇ ਜ਼ੀਰੋ ਟੋਲਰੈਂਸ ਹੈ, ਉਸ ਏਰੀਆ 'ਚ ਕੋਈ ਵੀ ਬੰਦਾ ਬਿਨਾਂ ਗੱਲ ਤੋਂ ਹੈਗਾ ਜਾਂ ਕੋਈ ਗਲਤ ਕੰਮ ਕਰ ਰਿਹਾ ਤਾਂ ਉਸ ਨੂੰ ਫਾਈਨ ਜ਼ਰੂਰ ਕੀਤਾ ਜਾਂਦਾ। ਜਦੋਂ ਕੈਨੇਡਾ ਦੇ ਵਿੱਚ ਕੋਈ ਇਦਾਂ ਦੀ ਘਟਨਾ ਘਟਦੀ ਹੈ ਤਾਂ ਉਹਦੇ ਤੋਂ ਬਾਅਦ ਫਿਰ ਜਿਹੜੇ ਬੰਦਿਆਂ ਦੀ ਹੁਣ ਵੀਡੀਓ ਹੀ ਆ ਗਈ, ਜਿਨ੍ਹਾਂ ਦੇ ਫੇਸ ਹੀ ਨਜ਼ਰ ਆ ਗਏ, ਜਿਨ੍ਹਾਂ ਦੀਆਂ ਕਾਰਾਂ ਦੇ ਨੰਬਰ ਹੀ ਟਰੇਸ ਹੋ ਗਏ, ਆਖਰਕਾਰ ਉਹਨਾਂ ਨੂੰ ਉਹਨਾਂ ਚੀਜ਼ਾਂ ਦੇ ਅੰਜਾਮ ਤਾਂ ਭੁਗਤਣੇ ਪੈਣਗੇ ਨਾ, ਚਾਹੇ ਖਬਰਾਂ ਮੁੜ ਕੇ ਇੰਨੀਆਂ ਹਾਈਲਾਈਟ ਹੋਣ ਜਾਂ ਨਾ ਹੋਣ। ਜਦੋਂ ਕਿਸੇ ਨੂੰ ਕਿਸੇ ਫਿਜ਼ੀਕਲ ਨੁਕਸਾਨ ਹੁੰਦਾ, ਕੋਈ ਸਰੀਰ 'ਤੇ ਸੱਟ ਲੱਗਦੀ ਹੈ, ਤਾਂ ਉਹ ਆਪਾਂ ਅਸਾਲਟ ਕਾਜ਼ਿੰਗ ਬੋਡਲੀ ਹਾਰਮ ਕਹਿ ਦਿੰਦੇ ਹਾਂ। ਜਿਹੜੇ ਚਾਰਜਿਸ ਹੈਗੇ ਆ ਬੜੇ ਸੀਰੀਅਸ ਚਾਰਜ ਹੈਗੇ ਕੈਨੇਡਾ ਦੇ ਵਿੱਚ, ਸੋ ਉਹ ਚਾਰਜ ਕਰਕੇ ਤੁਹਾਨੂੰ ਸੇਮ ਲਾਈਕ ਜੇਲ੍ਹ ਵੀ ਹੋ ਸਕਦੀ ਹੈ, ਅਤੇ ਜਦੋਂ ਤੁਸੀਂ ਕਨਵਿਕਟ ਹੋ ਗਏ ਤੁਹਾਨੂੰ ਡੈਪੋਰਟੇਸ਼ਨ ਵੀ ਹੋ ਸਕਦੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅੱਜ ਤਕਰੀਬਨ 10 ਦਿਨ ਹੋ ਗਿਆ ਮੈਨੂੰ ਕੈਨੇਡਾ ਤੋਂ ਪੰਜਾਬ ਆਏ ਨੂੰ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹ ਪੰਜਾਬੀ ਮਾਂ-ਬਾਪ ਜਿਹੜੇ ਉਹ ਮਿਲੇ, ਕੋਈ ਵੈਸੇ ਹੀ ਮਿਲ ਗਏ, ਕਈ ਸਪੈਸ਼ਲ ਵਿਸ਼ੇਸ਼ ਤੌਰ ਦੇ ਉੱਤੇ ਮਿਲਣ ਆਏ, ਕਿਉਂਕਿ ਕਈਆਂ ਨੇ ਆਪਣੇ ਬੱਚੇ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਕੈਨੇਡਾ ਜਾਂ ਹੋਰਨਾਂ ਮੁਲਕਾਂ 'ਚ ਭੇਜ ਦਿੱਤੇ। ਕਈਆਂ ਦੇ ਬੱਚੇ ਆਇਲਸ ਦੀ ਤਿਆਰੀ ਕਰ ਰਹੇ ਨੇ, ਕਈਆਂ ਨੇ ਫਾਈਲ ਲਾਈ ਹੋਈ ਹੈ, ਕਈਆਂ ਦੇ ਵੀਜ਼ੇ ਵੀ ਅਪਰੂਵ ਹੋ ਕੇ ਆ ਗਿਆ ਅਤੇ ਉਹ ਜਾਣ ਦੀ ਤਿਆਰੀ 'ਚ ਨੇ। ਪਰ ਉਹਨਾਂ ਸਾਰੇ ਮਾਂ-ਬਾਪ ਦਾ ਇੱਕੋ ਹੀ ਤੌਖਲਾ ਸੀ। ਪਿਛਲੇ ਦਿਨੀਂ ਕੁਝ ਇੱਕ ਘਟਨਾਵਾਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਾਪਰੀਆਂ, ਜਿਨ੍ਹਾਂ ਦੇ ਬਾਰੇ ਚਰਚਾ ਹੋਈ। ਫੈਸਲਾ ਤਾਂ ਅਦਾਲਤ ਨੇ ਕਰਨਾ, ਫੈਸਲਾ ਤਾਂ ਪੁਲਿਸ ਦੀ ਇਨਕੁਆਇਰੀ ਨੇ ਕਰਨਾ ਕਿ ਉਹ ਲੋਕ ਕੌਣ ਸਨ, ਕਿੰਨਾ ਕੁ ਕਿਸੇ ਦਾ ਦੋਸ਼ ਸੀ। ਪਰ ਚਰਚਾ ਇਹ ਚੱਲ ਰਹੀ ਸੀ ਕਿ ਉਹਨਾਂ ਦੇ ਵਿੱਚੋਂ ਕੁਝ ਹੱਦ ਤੱਕ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਕਿ ਪੰਜਾਬ ਤੋਂ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਗਏ ਸੀ, ਉਹਨਾਂ ਦੇ ਵਿੱਚੋਂ ਕੁਝ ਗਿਣਤੀ ਉਹਨਾਂ ਵਿਦਿਆਰਥੀਆਂ ਦੀ ਸੀ। ਉਹਨਾਂ ਵਿਦਿਆਰਥੀਆਂ ਦਾ ਭਵਿੱਖ ਕਿੰਨਾ ਖਤਰੇ 'ਚ ਹੈ? ਕੀ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਣਗੇ? ਜੇ ਪੜ੍ਹਾਈ ਪੂਰੀ ਕਰ ਲੈਣਗੇ, ਕੀ ਉਹ ਇੱਥੇ ਪੱਕੇ ਹੋ ਸਕਣਗੇ? ਕੀ ਉਹਨਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਜਾਊਗੀ? ਕੀ ਉਹਨਾਂ ਨੂੰ ਕੈਨੇਡਾ ਦੇ ਵਿੱਚ ਰਹਿਣ ਦਿੱਤਾ ਜਾਊਗਾ? ਕੀ ਕਾਨੂੰਨੀ ਤੌਰ ਦੇ ਉੱਤੇ ਕਿਸੇ ਸਜ਼ਾ ਦਾ ਸ਼ਿਕਾਰ ਤਾਂ ਨਹੀਂ ਹੋ ਜਾਣਗੇ ਜੇ ਉਹ ਦੋਸ਼ੀ ਪਾਏ ਜਾਣਗੇ? ਮਾਂ-ਬਾਪ ਥਰ-ਥਰ ਕੰਬਦੇ ਆ ਜਦੋਂ ਵਿਦੇਸ਼ ਦੇ ਵਿੱਚੋਂ ਕੋਈ ਵੀਡੀਓ ਆਉਂਦੀ ਹੈ ਕਿ ਆਹ ਦੇਖੋ ਜੀ ਕਿਰਪਾਨ ਚੱਲ ਗਈ, ਆਹ ਦੇਖੋ ਜੀ ਇੱਕ ਦੂਜੇ ਦੇ ਥੱਪੜ ਮਾਰਦੇ ਆ। ਹਾਲਾਂਕਿ 95, 96, 97, 98% ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਨਿੱਠ ਕੇ ਕੰਮ ਕਰਨ ਵਾਲੇ ਆ, ਮਿਹਨਤਾਂ ਕਰਦੇ ਆ, ਤੜਕੇ ਉੱਠ ਕੇ ਕੰਮਾਂ 'ਤੇ ਜਾਂਦੇ ਆ, ਮੁੜ ਕੇ ਪੜ੍ਹਾਈਆਂ ਕਰਦੇ ਆ, ਅਤੇ ਉਹ ਬਿਲਕੁਲ ਵੀ ਕਿਸੇ ਐਸੀ ਗਤੀਵਿਧੀ ਦੇ ਵਿੱਚ ਹਿੱਸਾ ਨਹੀਂ ਲੈਂਦੇ। ਪਰ ਆਟੇ 'ਚ ਲੂਣ ਦੇ ਬਰਾਬਰ ਵੀ ਜਦੋਂ ਕੋਈ ਸ਼ਰਾਰਤ ਕਰਦੇ ਆ ਤਾਂ ਫਿਰ ਇੱਧਰਲੇ ਪਾਸੇ ਲੱਤਾਂ ਜਿਹੜੀਆਂ ਉਹ ਸਾਰੇ ਮਾਪਿਆਂ ਦੀਆਂ ਕੰਬਦੀਆਂ ਨੇ। ਕਾਨੂੰਨ ਕੀ ਕਹਿੰਦਾ ਕੈਨੇਡਾ ਦਾ? ਹੁੱਲੜਬਾਜ਼ੀ ਜਾਂ ਹੋਰ ਗੈਰ ਕਾਨੂੰਨੀ ਕੰਮ ਕਿੰਨੇ ਕੁ ਖਤਰਨਾਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਸਾਬਿਤ ਹੋ ਸਕਦੇ ਆ, ਨਤੀਜੇ ਕਿੰਨੇ ਗੰਭੀਰ ਭੁਗਤਣੇ ਪੈ ਸਕਦੇ ਆ? ਉਹਨਾਂ ਦਾ ਜਵਾਬ ਸਾਡੇ ਕੋਲ ਨਹੀਂ, ਕਿਉਂਕਿ ਸਾਨੂੰ ਕੈਨੇਡੀਅਨ ਕਾਨੂੰਨ ਦਾ ਬਹੁਤਾ ਪਤਾ ਨਹੀਂ। ਅਤੇ ਉਹਨਾਂ ਸਾਰੇ ਮਾਪਿਆਂ ਦੇ ਉਹ ਤੌਖਲੇ, ਉਹ ਸ਼ੰਕਾਵਾਂ, ਉਹ ਚਿੰਤਾਵਾਂ ਜਿਹੜੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਜਾਂ ਸਥਿਤੀ ਸਪਸ਼ਟ ਕਰਨ ਦੇ ਲਈ ਅਸੀਂ ਅੱਜ ਸੱਦਾ ਦਿੱਤਾ ਪ੍ਰਾਈਮ ਏਸ਼ੀਆ TV ਦੇ ਸਟੂਡੀਓ ਵੈਨਕੂਵਰ ਵਿਖੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ, ਸਰਦਾਰ ਕੁਲਦੀਪ ਸਿੰਘ ਢਿੱਲੋਂ ਹੋਰਾਂ ਨੂੰ। ਅਤੇ ਢਿੱਲੋਂ ਸਾਹਿਬ ਪਿਛਲੇ 17 ਸਾਲ ਤੋਂ
RCMP ਜਾਣੀ ਕਿ ਪੁਲਿਸ ਦੇ ਵਿੱਚ ਆਫੀਸਰ ਦੇ ਤੌਰ ਤੇ ਕੰਮ ਕਰ ਰਹੇ ਨੇ ਤੇ 17 ਸਾਲ ਦਾ ਸਮਾਂ ਉਹਨਾਂ ਨੇ ਸਰੀ ਦੇ ਵਿੱਚ ਗੁਜ਼ਾਰਿਆ, ਜਿੱਥੇ ਪੰਜਾਬੀਆਂ ਦੀ ਵਸੋਂ ਘੁੱਗ ਹੈ। ਤੇ ਸਰੀ ਦੇ ਵਿੱਚ ਹੀ ਸਟ੍ਰਾਬੇਰੀ ਹਿੱਲ ਪਲਾਜ਼ੇ ਦੇ ਵਿੱਚ ਪਿਛਲੇ ਦਿਨੀ ਇੱਕ ਘਟਨਾ ਘਟੀ ਸੀ, ਜਦੋਂ ਇੱਕ ਪੁਲਿਸ ਆਫੀਸਰ ਦੀ ਗੱਡੀ ਰੋਕਣ ਜਾਂ ਹੋਰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ ਸੀ ਤੇ ਚਰਚਾ ਉਦੋਂ ਵੀ ਬਹੁਤ ਛਿੜਿਆ ਸੀ। ਹੁਣ 17 ਸਾਲਾਂ ਦਾ RCMP ਦੇ ਵਿੱਚ ਪੁਲਿਸ ਆਫੀਸਰ ਦੇ ਤੌਰ ਦੇ ਉੱਤੇ ਤਜਰਬਾ ਜਿਹੜਾ ਉਹ ਢਿੱਲੋਂ ਸਾਹਿਬ ਦਾ ਕੀ ਕਹਿੰਦਾ ਹੈ, ਕਾਨੂੰਨ ਕਿੱਥੇ ਖੜੋਤਾ, ਵਿਦਿਆਰਥੀਆਂ ਨੂੰ ਕੀ ਕਰਨਾ ਚਾਹੀਦਾ, ਮਾਪਿਆਂ ਦੀ ਡਿਊਟੀ ਕੀ ਬਣਦੀ ਹੈ, ਆਪਾਂ ਸਾਰਾ ਕੁਝ ਪੁੱਛਣਾ, ਜਿਹਦੇ ਨਾਲ ਕਿ ਸਾਨੂੰ ਪਤਾ ਲੱਗ ਜਾਵੇ ਕਿ ਆਹ ਲਕੀਰ ਖਿੱਚੀ ਹੈ, ਇਹਨੂੰ ਅਸੀਂ ਟੱਪਣਾ ਤੇ ਇਹਨੂੰ ਅਸੀਂ ਨਹੀਂ ਟੱਪਣਾ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਪ੍ਰਾਈਮ ਏਸ਼ੀਆ TV ਤੇ। ਬਾਠ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੇ ਪ੍ਰਾਈਮ ਏਸ਼ੀਆ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੁਲਦੀਪ ਸਿੰਘ ਢਿੱਲੋਂ ਜੀ, 17 ਸਾਲ ਸਰੀ ਪੁਲਿਸ ਦੇ ਵਿੱਚ ਤੁਸੀਂ ਗੁਜ਼ਾਰੇ ਆ ਤੇ 17 ਸਾਲ ਪਹਿਲਾਂ ਦੀ ਸਰੀ ਹੋਰ ਤਰ੍ਹਾਂ ਦੀ ਸੀ ਤੇ ਅੱਜ ਦੀ ਸਰੀ ਹੋਰ ਤਰ੍ਹਾਂ ਦੀ ਹੈ। ਅੱਜ ਸਾਡੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਤੁਹਾਡੇ ਸ਼ਹਿਰ ਦੇ ਵਿੱਚ ਅੱਪੜ ਰਹੇ ਆ, ਬਹੁਤ ਸਾਰੇ ਮਿਹਨਤਾਂ ਮੁਸ਼ੱਕਤਾਂ ਕਰਦੇ ਆ, ਵਧੀਆ ਤਰੀਕੇ ਨਾਲ ਰਹਿੰਦੇ ਆ, ਪਾਸ ਵੀ ਹੁੰਦੇ ਆ, ਵਰਕ ਪਰਮਿਟ ਤੇ ਵੀ ਜਾਂਦੇ ਆ, ਕੁਝ ਵਾਪਸ ਵੀ ਮੁੜਦੇ ਨੇ, ਕੁਝ ਇੱਥੇ ਕੰਮਕਾਰ ਕਰਦੇ ਆ ਕਾਨੂੰਨੀ ਤੌਰ ਤੇ। ਪਰ ਕੁਝ ਘਟਨਾਵਾਂ ਹੁਣ ਪਿਛਲੇ ਸਮੇਂ ਦੇ ਵਿੱਚ ਗਿਣਤੀ ਵੱਧ ਗਈ ਸੀ, ਹੁੱਲੜਬਾਜ਼ੀ ਦੀਆਂ ਘਟਨਾਵਾਂ, ਮਾਰਕੁੱਟ ਦੀਆਂ ਘਟਨਾਵਾਂ ਜਾਂ ਇੱਦਾਂ ਦੀਆਂ, ਉਹਦੇ ਤੋਂ ਬਾਅਦ ਚਿੰਤਾ ਵਧੀ ਕੈਨੇਡਾ ਦੇ ਵਿੱਚ ਵਸਦੇ ਲੋਕਾਂ ਦੀ ਵੀ ਤੇ ਪੰਜਾਬ ਦੇ ਵਿੱਚ ਵਸਦੇ ਲੋਕਾਂ ਦੀ ਵੀ। ਮੈਂ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਹੈ ਕਿ ਜੋ ਘਟਨਾਵਾਂ ਆਪਾਂ ਸਟ੍ਰਾਬੇਰੀ ਹਿੱਲ ਪਲਾਜ਼ੇ ਦੇ ਵਿੱਚ ਜਿਹੜੀ ਘਟਨਾ ਘਟੀ ਸੀ ਸਰੀ ਦੇ ਵਿੱਚ, ਉਹਦੇ ਤੋਂ ਹੀ ਸ਼ੁਰੂ ਕਰ ਲਈਏ ਕਿ ਕੀ ਜੇ ਕੋਈ ਵਿਦਿਆਰਥੀ ਲੜਾਈ ਝਗੜੇ ਜਾਂ ਇਸ ਤਰ੍ਹਾਂ ਦੀ ਘਟਨਾ ਦੇ ਵਿੱਚ ਸ਼ਾਮਲ ਹੁੰਦਾ ਤਾਂ ਕੀ ਉਹਦੇ ਲਈ ਕਾਨੂੰਨੀ ਤੌਰ ਦੇ ਉੱਤੇ ਭੜਕ ਨੂੰ ਕੋਈ ਖਤਰਾ ਪੈਦਾ ਹੋ ਸਕਦਾ, ਖਤਰਨਾਕ ਸਿੱਧ ਹੋ ਸਕਦੀ ਉਹ ਘਟਨਾ? ਹਾਂਜੀ ਬਾਠ ਸਾਹਿਬ, ਬਹੁਤ ਹੀ ਅੱਛਾ ਸਵਾਲ ਕੀਤਾ। ਜਿਸ ਤਰ੍ਹਾਂ ਆਪਾਂ ਤੁਸੀਂ ਦੱਸੇ, ਮੈਂ 17 ਸਾਲ ਹੋ ਗਏ ਤੇ ਪੁਲਿਸ ਸਰਵਿਸ ਨਾਲ ਆਪਣੇ ਸਰੀ RCMP ਨਾਲ ਕੰਮ ਕਰਦੇ ਨੂੰ। 17 ਸਾਲ ਵਿੱਚ ਸਰੀ ਬਹੁਤ ਚੇਂਜ ਹੋਈ ਆ, ਖਾਸ ਕਰ ਆਪਣੀ ਕਮਿਊਨਿਟੀ ਨੇ ਬਹੁਤ ਡਿਵੈਲਪਮੈਂਟ ਕੀਤੀ ਆ, ਬਹੁਤ ਤਰੱਕੀਆਂ ਕੀਤੀਆਂ। ਆਪਾਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਜਦੋਂ ਕਈ 25-30 ਸਾਲ ਪਹਿਲਾਂ ਅਸੀਂ ਇੱਥੇ ਆਏ ਸੀ, ਆਪਣੀ ਕਮਿਊਨਿਟੀ ਇੰਨੀ ਇੱਥੇ ਸਟੈਬਲਿਸ਼ ਨਹੀਂ ਸੀ। ਉਸ ਤੋਂ ਬਾਅਦ ਇੰਨੀਆਂ ਤਰੱਕੀਆਂ ਹੋਣ ਦੇ ਬਾਵਜੂਦ ਆਪਾਂ ਇੰਨੀਆਂ ਆਪਣਾ ਨਾਂ ਹਾਸਲ ਕੀਤਾ ਇੱਥੇ ਸਰੀ ਦੇ ਵਿੱਚ। ਬਹੁਤ ਆਪਣੀਆਂ ਹੁਣ ਬਿਜ਼ਨਸ ਚੱਲ ਰਹੇ ਆ, ਬਹੁਤ ਡਿਵੈਲਪਮੈਂਟ ਹੋਈਆਂ, ਆਪਣੀ ਕਮਿਊਨਿਟੀ 'ਚ ਬਹੁਤ ਵਾਧਾ ਹੋਇਆ, ਆਪਾਂ ਨੂੰ ਬਹੁਤ ਮਾਣ ਆ ਉਸ ਗੱਲ 'ਤੇ। ਅਤੇ ਪਿਛਲੇ ਕੁਝ ਸਾਲਾਂ ਤੋਂ ਇੱਥੇ ਆਪਣੇ ਇੱਕ ਇਹ ਵੀ ਮਾਣ ਦੀ ਗੱਲ ਹੈ ਵੀ ਬੱਚੇ ਆਪਣੇ ਉੱਥੋਂ ਇੱਥੇ ਸਟੂਡੈਂਟ ਤੌਰ 'ਤੇ ਪੜ੍ਹਨ ਆ ਰਹੇ ਆ ਐਂਡ ਇੱਥੋਂ ਯੂਨੀਵਰਸਿਟੀਆਂ ਵਿੱਚ ਉਹ ਤਰੱਕੀਆਂ ਬਹੁਤ ਕਰ ਰਹੇ ਆ। ਅਤੇ ਜ਼ਿਆਦਾਤਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਵੀ 95-98% ਜਿਹੜੇ ਬੱਚੇ ਆ ਉਹ ਬਹੁਤ ਵਧੀਆ ਪੜ੍ਹਾਈਆਂ ਕਰ ਰਹੇ ਆ, ਚਾਹੇ ਉਹ ਇੱਥੇ, ਮੈਂ ਸਾਰਿਆਂ ਦੀ ਗੱਲ ਕਰੂੰਗਾ, ਚਾਹੇ ਉਹ ਆਪਣੇ ਵਿਜ਼ਟਰ ਉੱਧਰ ਕੰਮ ਕਰਨੇ ਆਏ ਆ ਜਾਂ ਉਹ ਪੜ੍ਹਨ ਆਏ ਆ ਜਾਂ ਉੱਥੇ PR ਆ ਜਾਂ ਸਿਟੀਜ਼ਨ ਆ, ਸਾਰੇ ਬਹੁਤ 98% ਬਹੁਤ ਚੰਗੇ ਕੰਮ ਕਰ ਰਹੇ ਆ, ਤਰੱਕੀਆਂ ਕੀਤੀਆਂ ਵੀ ਆ, PR ਵੀ ਬਣੇ ਆ, ਚੰਗੀਆਂ ਨੌਕਰੀਆਂ ਵੀ ਕਰ ਰਹੇ ਆ ਹੁਣ ਉਸ ਤੋਂ ਬਾਅਦ। ਅਤੇ ਜਿਹੜੀ 1-2% ਜਿਵੇਂ ਤੁਸੀਂ ਕਿਹਾ ਆਪਣੇ ਹੁੱਲੜਬਾਜ਼ੀ ਕਰਦੇ ਆ, ਪਿਛਲੇ ਦਿਨੀ ਥੋੜ੍ਹਾ ਜਿਹਾ ਦੋ ਹਫ਼ਤੇ ਦੀ ਗੱਲ ਹੈਗੀ ਜਦੋਂ ਸਟ੍ਰਾਬੇਰੀ ਹਿੱਲ ਦੇ ਵਿੱਚ ਇਹ ਕਾਂਡ ਹੋਇਆ ਸੀਗਾ ਕਿ ਪੁਲਿਸ ਅਫਸਰ ਨੇ ਉਹਨਾਂ ਨੂੰ ਟਿਕਟ ਜਾਂ ਨੋਟਿਸ ਆਫ ਆਰਡਰ ਇਸ਼ੂ ਕੀਤਾ ਸੀਗਾ ਅਤੇ ਉਹਨਾਂ ਨੇ ਉਹਦੀ ਕਾਰ ਦੇ ਮੂਹਰੇ ਰੋਕਣ ਦੀ ਕੋਸ਼ਿਸ਼ ਕੀਤੀ, ਹੁੱਲੜਬਾਜ਼ੀ ਕੀਤੀ। ਉਹ ਚੀਜ਼ਾਂ ਇੱਥੇ ਦੇ ਕਾਨੂੰਨ ਵਿੱਚ ਐਕਸੈਪਟ ਨਹੀਂ ਹੈਗੀਆਂ, ਕਿਉਂਕਿ ਇੱਥੇ ਆਪਾਂ ਬਹੁਤ ਸੋਹਣਾ ਕੰਟਰੀ ਆ, ਆਪਾਂ ਇੱਥੇ ਤਰੱਕੀ ਲਈ ਆਏ ਹਾਂ, ਆਪਾਂ ਇੱਥੇ ਖੁਸ਼ਹਾਲੀ ਲਈ ਆਏ ਹਾਂ, ਚੰਗੇ ਜੀਵਨ ਲਈ ਆਏ ਹਾਂ। ਪਰ ਇੱਥੋਂ ਦਾ ਕਾਨੂੰਨ ਜਿਹੜਾ ਹੈਗਾ ਉਹ ਆਪਣੇ ਨਾਲੋਂ ਥੋੜ੍ਹਾ ਜਿਹਾ ਡਿਫਰੈਂਟ ਹੈ, ਕਿਉਂਕਿ ਇੱਥੇ ਸਭ ਦਾ ਸਵਾਗਤ ਕੀਤਾ ਜਾਂਦਾ ਹੈ। ਕਾਨੂੰਨ ਸਾਡਾ ਜਿਵੇਂ ਐਜ਼ ਪੁਲਿਸ ਅਫਸਰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਾਰਿਆਂ ਦੇ ਅਸੀਂ ਇੱਕੋ ਜਿਹੇ ਨਿਗਾਹ ਨਾਲ ਦੇਖੀਏ ਅਤੇ ਉਹਨਾਂ ਦੀ ਰੱਖਿਆ ਦਾ ਕਰਨ ਦਾ ਸਾਡਾ ਫਰਜ਼ ਬਣਦਾ ਹੈ। ਪਰ ਜਦੋਂ ਥੋੜ੍ਹੇ ਜਿਹੇ ਅਨਸਰ ਇਹੋ ਜਿਹੀਆਂ ਸ਼ਰਾਰਤਾਂ ਕਰਦੇ ਆ ਅਤੇ ਕਾਨੂੰਨ ਇੱਥੇ ਉਹਨਾਂ ਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਹੈਗਾ। ਅਤੇ ਅੱਗੇ ਜਦੋਂ ਜੇ ਕੋਈ ਆਪਣੀ ਇਹੋ ਜਿਹਾ ਐਕਟ ਕਰਦਾ ਹੈ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ, ਉਸ ਤੋਂ ਬਾਅਦ ਜੇ ਕੋਈ ਕ੍ਰਿਮੀਨਲ ਅਫੈਂਸ ਕਮਿਟ ਕਰਦਾ ਹੈ, ਜਿਸ ਤਰ੍ਹਾਂ ਕੋਈ ਹੁੱਲੜਬਾਜ਼ੀ ਕੀਤੀ, ਅਸਾਲਟ ਕੀਤੀ, ਧੱਕਾ ਮੁੱਕੀ ਕੀਤੀ, ਉਹਨੂੰ ਆਪਾਂ ਇੱਥੇ ਅਸਾਲਟ ਕਹਿ ਦਿੰਦੇ ਹਾਂ ਜਾਂ ਕਾਜ਼ਿੰਗ ਡਿਸਟਰਬੈਂਸ ਕਹਿ ਦਿੰਦੇ ਹਾਂ। ਜਦੋਂ ਕਿ ਉਹੋ ਜਿਹੇ ਮਾਮਲੇ ਵਿੱਚ ਕੋਈ ਇਨਵੋਲਵ ਹੁੰਦਾ ਹੈ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ। ਅਤੇ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਜੇ ਕੋਈ ਕਨਵਿਕਟ ਹੋ ਜਾਂਦਾ, ਕਿਸੇ ਦੇ ਕ੍ਰਿਮੀਨਲ ਚਾਰਜ ਲੱਗ ਜਾਂਦੇ ਆ, ਤਾਂ ਅਸੀਂ ਉਹ ਸਾਰੀ ਇਨਫੋਰਮੇਸ਼ਨ ਇਮੀਗ੍ਰੇਸ਼ਨ ਨਾਲ ਸਾਂਝੀ ਕਰਦੇ ਹਾਂ ਅਤੇ ਉਸ ਨਤੀਜੇ ਤੌਰ 'ਤੇ ਉਹਨਾਂ ਨੂੰ ਡੈਪੋਟੇਸ਼ਨ ਦੇ ਆਰਡਰ ਵੀ ਮਿਲ ਸਕਦੇ ਆ ਜਾਂ ਉਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਆ। ਜੀ ਢਿੱਲੋਂ ਸਾਹਿਬ, ਮੈਂ ਫਿਰ ਇੱਥੇ ਇੱਕ ਵਾਰੀ ਨਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਕੋਈ ਬੰਦਾ ਵਿਜ਼ਿਟਰ ਆਇਆ
ਸੈਰ ਸਪਾਟੇ ਲਈ ਕੈਨੇਡਾ ਦੇ ਵਿੱਚ ਪੁੱਜਿਆ, ਅੰਤਰਰਾਸ਼ਟਰੀ ਵਿਦਿਆਰਥੀ ਤੇ ਪੁੱਜਿਆ, ਜਾਂ ਉਹ ਵਰਕ ਪਰਮਿਟ ਲਈ ਪੁੱਜਿਆ, ਕਾਨੂੰਨ ਜਿਹੜਾ ਉਹਨਾਂ ਦੇ ਲਈ ਇੱਕ ਜਿਹੜਾ ਉਹ ਰਾਹ ਕਲੀਅਰ ਕਰਦਾ ਕਿ ਇੱਥੇ ਤੱਕ ਜਾਣਾ। ਮੈਂ ਫਿਰ ਢਿੱਲੋਂ ਸਾਹਿਬ ਤੁਹਾਡੇ ਤੋਂ ਥੋੜ੍ਹੀ ਜਿਹੀ ਕਲੈਰਿਟੀ ਚਾਹੁੰਦਾ। ਜਦੋਂ ਆਪਾਂ ਪੰਜਾਬ 'ਚ ਹੁੰਦੇ ਨਾ, ਇੱਥੇ ਆਮ ਹੀ ਹੈ ਕਿ ਭਾਈ ਤੂੰ ਮੇਰੇ ਵੱਲ ਦੇਖਿਆ ਕਿਉਂ, ਤੂੰ ਮੇਰੇ ਵੱਲ ਦੇਖ ਕੇ ਮੁੱਛ ਮਰੋੜੀ, ਤੂੰ ਮੇਰੇ ਵੱਲ ਦੇਖ ਕੇ ਥੁੱਕਿਆ, ਤੂੰ ਮੈਨੂੰ ਧੱਕਾ ਮਾਰਿਆ, ਮੈਂ ਤੈਨੂੰ 2 ਧੱਕੇ ਮਾਰਨੇ ਆ। ਕਿ ਜੇ ਮੰਨ ਲਓ ਕੋਈ ਬੰਦਾ ਦੂਸਰੇ ਬੰਦੇ ਨੂੰ ਧੱਕਾ ਮਾਰਦਾ ਹੈ ਜਾਂ ਚਪੇੜ ਮਾਰ ਦਿੰਦਾ ਹੈ ਜਾਂ ਮੁੱਕਾ ਮਾਰ ਦਿੰਦਾ, ਕੀ ਇੰਨੀ ਕੁ ਘਟਨਾ ਵੀ ਉਹ ਕ੍ਰਿਮੀਨਲ ਅਫੈਂਸ ਦੇ ਤੌਰ ਦੇ ਉੱਤੇ ਏਡੀ ਵੱਡੇ ਅਪਰਾਧ ਦੇ ਰੂਪ ਦੇ ਵਿੱਚ ਗਿਣੀ ਜਾਊਗੀ ਜੇ ਜਾਂਚ ਦੇ ਵਿੱਚ ਉਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ? ਹਾਂਜੀ, ਇੱਥੋਂ ਦੇ ਕਾਨੂੰਨ ਦੇ ਮੁਤਾਬਿਕ ਜਦੋਂ ਆਪਾਂ ਕਿਸੇ ਨੂੰ ਕੋਈ ਬੋਲ ਚਾਲ, ਜਿਵੇਂ ਕਿਸੇ ਨੂੰ ਗੰਦੀ ਸ਼ਬਦਾਵਲੀ ਵਰਤਦੇ ਆ, ਤਾਂ ਉਹ ਕਾਨੂੰਨ ਉਹਦੇ ਵਿੱਚ ਇਨਵੋਲਵ ਨਹੀਂ ਹੁੰਦਾ, ਕਿਉਂਕਿ ਤੁਹਾਡੀ ਆਪਸ ਵਿੱਚ ਡਿਸਕਸ਼ਨ ਹੋ ਜਾਂਦੀ ਆ ਉਹ ਇੱਕ ਤਰ੍ਹਾਂ ਦੀ। ਜਦੋਂ ਆਪਾਂ ਫਿਜ਼ੀਕਲ ਐਕਟੀਵਿਟੀ, ਫਿਜ਼ੀਕਲ ਆਲਟਰਕੇਸ਼ਨ ਹੁੰਦੀ ਹੈ, ਜਾਂ ਆਪਾਂ ਕਿਸੇ ਨੂੰ ਤੁਸੀਂ ਕਹਿੰਦੇ ਧੱਕਾ ਮਾਰਤਾ ਜਾਂ ਕਿਸੇ ਦੀ ਬਾਂਹ ਫੜ ਕੇ ਉਹਨੂੰ ਬਾਂਹ ਮਰੋੜਤੀ, ਉਹ ਅਸਾਲਟ ਗਿਣਿਆ ਜਾਂਦਾ ਇੱਥੇ। ਉਹਦੇ ਅਸਾਲਟ ਦੇ ਚਾਰਜ ਲੱਗ ਸਕਦੇ ਆ ਉਸ ਸਿਚੁਏਸ਼ਨ ਦੇ ਵਿੱਚ। ਜਾਂ ਉਹਦੇ ਵੀ ਕਈ ਲੈਵਲ ਹੈਗੇ ਅਸਾਲਟ ਦੇ, ਜਿਸ ਤਰ੍ਹਾਂ ਬੇਸਿਕਲੀ ਕਿਸੇ ਨੂੰ ਉਹਦੀ ਇੰਟੈਂਸ਼ਨ ਬਿਨਾਂ ਟੱਚ ਕਰਨਾ, ਧੱਕਾ ਮਾਰਨਾ, ਉਹ ਬੇਸਿਕ ਅਸਾਲਟ ਗਿਣਿਆ ਜਾਂਦਾ ਜੀ। ਜਦੋਂ ਕਿਸੇ ਨੂੰ ਤੁਸੀਂ ਫਿਜ਼ੀਕਲੀ ਹਾਰਮ ਕਰਦੇ ਆ, ਕੁੱਟਦੇ ਆ, ਮਾਰਦੇ ਹੋ, ਕਿਸੇ ਕੋਈ ਆਬਜੈਕਟ ਯੂਜ਼ ਕਰਦੇ ਹੋ, ਕੋਈ ਵੈਪਨ ਯੂਜ਼ ਕਰਦੇ ਆ, ਉਦੋਂ ਫਿਰ ਅਸਾਲਟ ਵਿਦ ਵੈਪਨ ਉਹਦੇ ਥੋੜ੍ਹੇ ਜਿਹੇ ਹਾਈ ਚਾਰਜਸ ਹੈਗੇ ਆ। ਹਾਂਜੀ, ਜਦੋਂ ਕਿਸੇ ਨੂੰ ਕਿਸੇ ਫਿਜ਼ੀਕਲੀ ਨੁਕਸਾਨ ਹੁੰਦਾ, ਕੋਈ ਸਰੀਰ 'ਤੇ ਸੱਟ ਲੱਗਦੀ ਆ, ਤਾਂ ਉਹ ਆਪਾਂ ਅਸਾਲਟ ਕਾਜ਼ਿੰਗ ਬੋਡਲੀ ਹਾਰਮ ਕਹਿ ਦਿੰਦੇ ਆ, ਉਹਦੇ ਚਾਰਜ ਉਸ ਤੋਂ ਵੀ ਜ਼ਿਆਦਾ ਗੰਭੀਰ ਹਨ ਜੀ। ਸੋ ਉਹ ਜਿਹੜੇ ਚਾਰਜਿਸ ਹੈਗੇ ਆ ਬੜੇ ਸੀਰੀਅਸ ਚਾਰਜ ਹੈਗੇ ਕੈਨੇਡਾ ਦੇ ਵਿੱਚ। ਸੋ ਉਹ ਚਾਰਜ ਕਰਕੇ ਤੁਹਾਨੂੰ ਸੇਮ ਲਾਈਕ ਜੇਲ੍ਹ ਵੀ ਹੋ ਸਕਦੀ ਹੈ, ਅਤੇ ਜਦੋਂ ਤੁਸੀਂ ਕਨਵਿਕਟ ਹੋ ਗਏ ਤੁਹਾਨੂੰ ਡੈਪੋਟੇਸ਼ਨ ਵੀ ਹੋ ਸਕਦੀ ਹੈ ਜੀ। ਸੋ ਸਾਡੀ ਗੱਲਬਾਤ ਮਿਸਟਰ ਕੁਲਦੀਪ ਸਿੰਘ ਢਿੱਲੋਂ ਸਾਹਿਬ ਦੇ ਨਾਲ ਚੱਲ ਰਹੀ ਹੈ। ਸੋ ਸਰੀ RCMP ਦੇ ਵਿੱਚ ਪਿਛਲੇ 17 ਸਾਲ ਤੋਂ ਪੁਲਿਸ ਆਫਿਸਰ ਦੇ ਰੂਪ ਦੇ ਵਿੱਚ ਕੰਮ ਕਰ ਰਿਹਾ, ਅਤੇ ਇਸ ਪ੍ਰੋਗਰਾਮ ਨੂੰ ਕਰਨ ਦਾ ਮਕਸਦ ਇਹ ਕਿ ਚਾਨਣ ਹੋਣਾ ਬਹੁਤ ਜ਼ਰੂਰੀ ਹੈ ਕਿ ਕੈਨੇਡੀਅਨ ਕਾਨੂੰਨ ਕੀ ਕਹਿੰਦਾ, ਲਾਅ ਕੀ ਕਹਿੰਦਾ ਹੈ। ਅਸੀਂ ਕਈ ਵਾਰੀ ਕੋਈ ਗਤੀਵਿਧੀ ਕਰ ਬੈਠਦੇ ਹਾਂ, ਪਰ ਉਹਦੇ ਸਿੱਟੇ ਕਿੰਨੇ ਗੰਭੀਰ ਹੋ ਸਕਦੇ ਆ, ਇਹ ਸਾਰਿਆਂ ਨੂੰ ਪਤਾ ਹੋਣੇ ਚਾਹੀਦੇ ਆ, ਬੱਚਿਆਂ ਦੇ ਮਾਂ-ਬਾਪ ਨੂੰ ਵੀ, ਬੱਚਿਆਂ ਨੂੰ ਵੀ, ਅਤੇ ਆਂਢੀਆਂ ਗੁਆਂਢੀਆਂ ਨੂੰ ਵੀ। ਹੁਣ ਢਿੱਲੋਂ ਸਾਹਿਬ, ਮੈਂ ਜਿੰਨੀ ਕੁ ਗੱਲ ਇਹ ਸਮਝਿਆ ਕਿ ਤੁਸੀਂ ਕਿਹਾ ਕਿ ਡਿਪੋਰਟ ਤੱਕ ਬੱਚੇ ਨੂੰ, ਜਾਂ ਜਿਹੜਾ ਵੀ ਜੋ ਵੀ ਬੰਦਾ ਗਲਤ ਕਰਦਾ ਉਹਨੂੰ ਕੀਤਾ ਜਾ ਸਕਦਾ ਡਿਪੋਰਟ ਵੀ, ਪਰ ਆਮ ਹੀ ਚਰਚਾ ਚੱਲਦੀ ਹੈ ਜਦੋਂ ਬਹੁਤ ਸਾਰੇ ਲੋਕਾਂ ਦੇ ਨਾਲ ਗੱਲ ਕਰਦੇ ਹੋ, ਕਹਿੰਦੇ ਨਹੀਂ ਸਾਲ ਹੋ ਗਿਆ ਉੱਥੇ ਵੀ ਘਟਨਾ ਘਟੀ ਸੀ, 1.5 ਸਾਲ ਹੋ ਗਿਆ ਉੱਥੇ ਵੀ ਲੜਾਈ ਹੋਈ ਸੀ, 6 ਮਹੀਨੇ ਹੋ ਗਏ ਇੱਥੇ ਝਗੜਾ ਹੋਇਆ ਸੀ। ਉਹ ਤਾਂ ਬੜੇ ਵਧੀਆ ਨੇ, ਕੰਮ 'ਤੇ ਵੀ ਜਾਂਦੇ ਆ, ਉਹਨਾਂ ਨੂੰ 2-4 ਦਿਨ ਥਾਣੇ ਰੱਖਿਆ ਸੀ ਜਾਂ ਉਹ ਪਰਚਾ ਪੁਰਚਾ ਹੋਇਆ ਸੀ, ਮੁੜ ਕੇ ਤਾਂ ਕੋਈ ਗੱਲ ਹੀ ਨਹੀਂ ਐਸੀ। ਇਹ ਸਾਰੀਆਂ ਗੱਲਾਂ ਹੀ ਨੇ। ਕੀ ਜਾਣੀ ਕਿ ਜਾਂਚ ਪੜਤਾਲ ਅੰਦਰ ਖਾਤੇ ਚੱਲਦੀ ਹੁੰਦੀ ਹੈ ਜਾਂ ਜਾਂਚ ਪੜਤਾਲ ਬੰਦ ਕਰ ਦਿੱਤੀ ਜਾਂਦੀ ਹੈ? ਕੀ ਕਹਾਣੀ ਹੁੰਦੀ ਹੈ ਜੀ? ਕੀ ਅਚਾਨਕ ਜਾ ਕੇ ਕੰਮ ਫਿਰ ਮੁੜ ਕੇ ਸਾਲ 2 ਸਾਲ ਬਾਅਦ ਖੁੱਲ੍ਹਦਾ? ਹਾਂ, ਨਹੀਂ ਜੀ, ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲਦੀ ਰਹਿੰਦੀ ਹੈ। ਡਿਪੈਂਡ ਕਰਦਾ ਵੀ ਤੁਸੀਂ ਜਿਹੜਾ ਕ੍ਰਾਈਮ ਕੀਤਾ ਉਹਦਾ ਕੀ ਲੈਵਲ ਹੈ, ਕਿਹੋ ਜਿਹਾ ਕ੍ਰਾਈਮ ਕੀਤਾ, ਕਿੰਨਾ ਕਮਿਟ ਕੀਤਾ ਰਹੀ। ਸੋ ਉਹ ਜਿਹੜੀ ਇਨਵੈਸਟੀਗੇਸ਼ਨ ਆ ਕਈ ਵਾਰੀ ਉਹ 'ਤੇ ਟਾਈਮ ਲੱਗ ਜਾਂਦਾ, 6 ਮਹੀਨੇ, ਸਾਲ ਵੀ ਲੱਗ ਸਕਦਾ, ਜਾਂ ਜਦੋਂ ਐਵੀਡੈਂਸ ਸਾਰੇ ਸਾਨੂੰ ਛੇਤੀ ਮਿਲ ਜਾਂਦੇ ਆ ਤਾਂ ਉਹ ਥੋੜ੍ਹੇ ਸਮੇਂ ਵਿੱਚ ਵੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਂਦੀ ਆ। ਅਤੇ ਆਪਾਂ ਜਿਵੇਂ ਤੁਸੀਂ ਕਹਿੰਦੇ ਆ ਵੀ ਕਈ ਵਾਰੀ ਕਹਿੰਦੇ ਬੰਦਾ ਮੈਂ ਫੜਿਆ ਗਿਆ ਅਤੇ ਮੈਂ ਜੇਲ੍ਹ ਜਾ ਕੇ ਆ, ਫਿਰ ਮੈਂ ਕੰਮ ਕਰੀ ਜਾਂਦਾ। ਸੋ ਇੱਥੋਂ ਦਾ ਕਾਨੂੰਨ ਇਹ ਵੀ ਨਹੀਂ ਹੈਗਾ ਵੀ ਭਾਈ ਜੀ ਨੇ ਮਾੜਾ ਮੋਟਾ ਕ੍ਰਾਈਮ ਕੀਤਾ ਉਹਨੂੰ ਚੱਕ ਕੇ ਤੁਸੀਂ ਡਿਪੋਰਟ ਕਰ ਦਿੰਦੇ ਹੋ। ਉਹਦਾ ਲੈਵਲ ਦੇਖਿਆ ਜਾਂਦਾ ਵੀ ਇਹ ਜਿਹੜਾ ਬੰਦੇ ਨੇ ਕੋਈ ਗਲਤ ਕੰਮ ਕੀਤਾ, ਉਹ ਕੰਮ ਗਲਤ ਕਰਨਾ, ਇੱਥੋਂ ਦੀ ਜਿਹੜੀ ਪਬਲਿਕ ਨੂੰ ਕੋਈ ਸੇਫਟੀ ਦਾ ਖਤਰਾ ਤਾਂ ਨਹੀਂ ਹੈਗਾ, ਜਾਂ ਕੋਈ ਗਾਂਹ ਨੂੰ ਇਹੋ ਜਿਹਾ ਕੰਮ ਤਾਂ ਨਹੀਂ ਕਰੂਗਾ ਜਿਸ ਨਾਲ ਇੱਥੋਂ ਦਾ ਜਿਹੜਾ ਲਾ ਹੈਗਾ ਜਾਂ ਇੱਥੋਂ ਦੀ ਸ਼ਾਂਤੀ ਭੰਗ ਹੋ ਸਕੇ। ਸੋ ਸਾਰੀ ਚੀਜ਼ਾਂ ਦੇਖ ਕੇ ਉਹਨੂੰ ਜਦੋਂ ਜੱਜ ਉਹ ਚੀਜ਼ ਨੂੰ ਕੰਸੀਡਰ ਕਰਦੇ ਆ ਨਾ, ਉਸ ਹਿਸਾਬ ਨਾਲ ਦੇਖਦੇ ਆ ਕਨਵਿਕਸ਼ਨ ਕਿੰਨੀ ਕੀਤੀ ਜਾਣੀ ਹੈ, ਇਹਦੇ ਕੀ ਚਾਰਜਸ ਹੈਗੇ, ਇਹਦਾ ਕੀ ਸਜ਼ਾ ਹੈਗੀ ਆ। ਸੋ ਉਸ ਦੇ ਮੁਤਾਬਿਕ ਉਹ ਫੈਸਲਾ ਲਿਆ ਜਾਂਦਾ। ਫਿਰ ਇਮੀਗ੍ਰੇਸ਼ਨ ਉਹ ਫੈਸਲਾ ਲੈਂਦੀ ਹੈ ਵੀ ਇਸ ਬੰਦੇ ਨੂੰ ਆਪਾਂ ਇੱਥੇ ਇਹਦੇ ਚਾਰਜਸ ਰੈਕਡ ਤਾਂ ਬਣ ਹੀ ਗਿਆ ਵੀ ਇਹਨੂੰ ਡੈਪੋਰਟ ਕਰਨਾ ਕਿ ਨਹੀਂ ਕਰਨਾ ਹੈਗਾ ਜੀ। ਢਿੱਲੋਂ ਸਾਹਿਬ, ਇੱਕ ਜ਼ਰੂਰ ਹੋਰ ਦੱਸਿਓ, ਆਪਾਂ ਮੰਨ ਕੇ ਚੱਲਦੇ ਹਾਂ ਕਿ ਜੇ 100 ਲੋਕ ਨੇ, ਉਹਨਾਂ ਦੇ ਵਿੱਚੋਂ 80 ਲੋਕ ਤਾਂ ਇੱਦਾਂ ਦੇ ਜਿਹੜੇ ਕੰਮ ਕਰਦੇ ਜਿਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਗਤੀਵਿਧੀ ਨਾਲ ਵਾਹ ਹੀ ਨਹੀਂ। 2 ਲੋਕ ਉਹ ਨੇ ਜਿਹੜੇ ਹੋ ਸਕਦਾ ਕਿ ਮੰਨ ਲਓ ਮਾੜਾ ਚੰਗਾ ਕੋਈ ਕੰਮ ਕਰਦੇ ਆ। 17-18 ਉਹ ਹੋ ਸਕਦੇ ਆ ਕਿ ਜਿਹਨਾਂ ਦਾ ਦੂਰ ਨੇੜੇ ਦਾ ਇੱਦਾਂ ਦੇ ਲੋਕਾਂ ਨਾਲ ਸੰਬੰਧ ਹੈ, ਪਰ ਉਹ ਮਾੜਾ ਕੰਮ ਨਹੀਂ ਕਰਨਾ ਚਾਹੁੰਦੇ। ਉਹਨਾਂ ਨਾਲ ਉਹ ਰਹਿੰਦੇ ਹੋ ਸਕਦੇ, ਉਹਨਾਂ ਦੇ ਕੁਲੀਗ ਹੋ ਸਕਦੇ ਆ, ਉਹਨਾਂ ਦੇ ਕਲਾਸਮੇਟ ਹੋ ਸਕਦੇ ਆ। ਹੁਣ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਿਉਂਕਿ ਅਸੀਂ ਜਗਾਉਣਾ ਚਾਹੁੰਦੇ ਹਾਂ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਇੱਦਾਂ ਦੀਆਂ ਗਤੀਵਿਧੀਆਂ ਨਾਲ, ਪਰ ਹੋ ਸਕਦਾ ਕਿ
ਉਹ ਉਹਨਾਂ ਦੇ ਨਾਲ ਕਾਰ ਦੇ ਵਿੱਚ ਆਉਂਦੇ ਜਾਂਦੇ ਹੋਣ। ਹੋ ਸਕਦਾ ਕਿ ਉਹਨਾਂ ਦੇ ਨਾਲ ਉਹਨਾਂ ਦੀ ਬੇਸਮੈਂਟ ਸਾਂਝੀ ਹੋਵੇ, ਘਰ ਸਾਂਝਾ ਹੋਵੇ ਜਿੱਥੇ ਉਹ ਰਹਿੰਦੇ ਹੋਣ। ਕੀ ਬਚਣਾ ਚਾਹੀਦਾ? ਜਾਣੀ ਕੱਲ੍ਹ ਨੂੰ ਕਿਤੇ ਬੰਦਾ ਘੁੜ ਕੇ ਆ ਸਕਦਾ, ਕੋਈ ਉਹਨਾਂ ਦੇ ਨਾਲ ਖੜਾ ਹੈ, ਕੋਈ ਉਹਨਾਂ ਦੀ ਕਾਰ 'ਚ ਬੈਠਾ ਬੰਦਾ ਕਹਿ ਸਕਦਾ ਮੈਂ ਤਾਂ ਆਰਾਮ ਨਾਲ ਬੈਠਾ ਜੀ ਪਿਛਲੀ ਸੀਟ ਦੇ ਉੱਤੇ, ਮੇਰਾ ਤਾਂ ਕੋਈ ਇੰਟੈਂਸ਼ਨ ਨਹੀਂ ਸੀ। ਜੇ ਕੋਈ ਗਲਤ ਕੀਤਾ ਹੋਊਗਾ ਤਾਂ ਦੂਸਰੇ ਨੇ। ਇਸ ਮੁੱਦੇ ਦੇ ਉੱਤੇ ਕਿੰਨੀ ਕੁ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਆਪਣੀ ਸੰਗਤ ਚੁਣਨ ਲੱਗੇ ਵੀ ਧਿਆਨ ਰੱਖੀਏ? ਦੇਖੋ ਜੀ, ਇਹ ਤਾਂ ਬੜੀ ਕਾਮਨ ਜੀ ਗੱਲ ਹੈਗੀ। ਆਪਾਂ ਕਿਸੇ ਵੀ ਜਗ੍ਹਾ 'ਤੇ ਜਾਂ ਕਿਸੇ ਵੀ ਕੰਟਰੀ ਵਿੱਚ ਰਹਿੰਦੇ ਹਾਂ, ਆਪਾਂ ਜਿਹੜੀ ਸੰਗਤ ਨੂੰ ਆਪਾਂ ਚੂਜ਼ ਕਰਨਾ ਉਹ ਆਪਾਂ ਵਾਈਜ਼ਲੀ ਚੂਜ਼ ਕਰਦੇ ਹਾਂ। ਤੁਹਾਨੂੰ ਆਪਾਂ ਨੂੰ ਆਪ ਨੂੰ ਪਤਾ ਲੱਗ ਜਾਂਦਾ ਵੀ ਜਿਹੋ ਜਿਹੀ ਮੇਰੀ ਸੰਗਤ ਆ ਉਹੋ ਜਿਹੇ ਨਤੀਜੇ ਨਿਕਲ ਸਕਦੇ ਆ। ਬਾਕੀ ਇੱਥੇ ਇਹ ਨਹੀਂ ਹੈਗਾ ਵੀ ਜੇ ਕਿਸੇ ਇੱਕ ਬੰਦੇ ਨੇ ਗਲਤ ਕੰਮ ਕੀਤਾ ਅਤੇ ਨਾਲ ਉਹਦੇ 4 ਬੰਦੇ ਹੈਗੇ ਵੀ ਸਾਰਾ ਸਜ਼ਾ ਸਾਰਿਆਂ ਨੂੰ ਹੋਊਗੀ। ਨਹੀਂ, ਇਸ ਤਰ੍ਹਾਂ ਨਹੀਂ ਹੈਗਾ। ਇੱਥੇ ਇਨਵੈਸਟੀਗੇਸ਼ਨ ਜਦੋਂ ਪਤਾ ਲੱਗ ਜਾਂਦਾ ਵੀ ਜਿਹੜੇ ਬੰਦੇ ਇਨਵੋਲਵ ਹੈਗੇ ਸਿਰਫ ਉਹਨਾਂ ਨੂੰ ਸਜ਼ਾ ਹੁੰਦੀ ਆ। ਐਂਡ ਜਦੋਂ ਤੁਸੀਂ ਕੋਈ ਕਿਸੇ ਦੀ ਮਦਦ ਕਰਦੇ ਹੋ ਕਿਸੇ ਕ੍ਰਾਈਮ ਕਰਨ ਦੇ ਵਿੱਚ, ਉਦੋਂ ਫਿਰ ਤੁਸੀਂ ਉਹ ਜਿਹੜੇ ਮਦਦ ਕਰਨ ਵਾਲੇ ਉਹ ਵੀ ਨਾਲ ਗਿਣੇ ਜਾਂਦੇ ਆ ਜੀ। ਉਹਨਾਂ ਦੇ ਚਾਰਜਸ ਵੱਖਰੇ ਹੁੰਦੇ ਆ। ਪਰ ਜੇ ਹੁਣ ਆਪਣੀ ਤੁਸੀਂ ਸਟੂਡੈਂਟ ਲੈ ਲਓ ਜਾਂ ਕੋਈ ਆਪਣਾ ਪਰਮਿਟ 'ਤੇ ਆਏ ਹੋਏ ਆ ਜਾਂ ਕੋਈ ਵਿਜ਼ਿਟਰ ਆਏ ਹੋਏ ਆ, ਉਹਨਾਂ ਨੇ ਡਿਸਾਈਡ ਕਰਨਾ ਹੈਗਾ ਵੀ ਜੇ ਉਹ ਕਿਸੇ ਬੰਦੇ ਨਾਲ ਜਾਂ ਕਿਸੇ ਔਰਤ ਨਾਲ ਰਹਿ ਰਹੇ ਆ ਵੀ ਉਹ ਕ੍ਰਿਮੀਨਲ ਐਕਟੀਵਿਟੀ ਵਿੱਚ ਇਨਵੋਲਵ ਹੈ, ਉਹਦੇ ਤੁਸੀਂ ਨਾਲ ਰਹਿਣਾ ਜਾਂ ਨਾਲ ਜਾਣਾ ਆਉਣਾ ਕਿ ਨਹੀਂ, ਉਹ ਤੁਸੀਂ ਡਿਸਾਈਡ ਕਰਨਾ ਹੈਗਾ। ਕਿਉਂਕਿ ਨਤੀਜੇ ਉਹਦੇ ਹੋ ਸਕਦਾ ਹੈ ਤੁਸੀਂ ਵੀ ਵਿੱਚ ਕਈ ਇਨਵੋਲਵ ਹੋ ਸਕਦੇ ਹੋ ਲੇਟਰ ਔਨ, ਜਾਂ ਕਈ ਵਾਰੀ ਹੁੰਦਾ ਨਾ ਗਲਤ ਜਗ੍ਹਾ 'ਤੇ ਗਲਤ ਟਾਈਮ 'ਤੇ ਕੋਈ ਬੰਦਾ ਫਸ ਜਾਂਦਾ ਵਿੱਚ ਆ ਕੇ। ਸੋ ਆਪਣੇ ਆਪ ਨੂੰ ਅਵੋਇਡ ਕਰੋਗੇ ਤਾਂ ਬੈਟਰ ਹੈਗਾ। ਪਰ ਇਹ ਨਹੀਂ ਹੈਗਾ ਵੀ ਤੁਸੀਂ ਜੇ ਕੁਛ ਗਲਤ ਕੰਮ ਨਹੀਂ ਕੀਤਾ ਵੀ ਤੁਹਾਨੂੰ ਵੀ ਉਹਦੀ ਸਜ਼ਾ ਮਿਲ ਸਕਦੀ ਹੈ। ਅੱਛਾ ਢਿੱਲੋਂ ਸਾਹਿਬ, ਸਟ੍ਰਾਬੇਰੀ ਹਿੱਲ ਪਲਾਜ਼ੇ ਵਾਲੀ ਜਿਹੜੀ ਘਟਨਾ ਘਟੀ ਸੀ ਉਹਦੇ ਤੋਂ ਬਾਅਦ ਆਮ ਲੋਕਾਂ ਨੂੰ ਐਂ ਲੱਗਦਾ, ਜਾਣੀ ਧਾਰਨਾ ਜੀ ਇੱਕ ਬਣ ਜਾਂਦੀ ਹੈ ਕਿ ਭਾਈ ਕੀ ਹੋ ਗਿਆ, ਕੁਛ ਵੀ ਨਹੀਂ। ਉਹਦੇ ਤੋਂ ਬਾਅਦ ਤਾਂ ਚਲੋ ਮਾੜਾ ਮੋਟਾ ਕੇਸ ਹੋ ਗਿਆ ਹੋ, ਆਹ ਕੁਛ ਹੋ ਗਿਆ ਹੋ, ਬਸ ਕੁਛ ਨਹੀਂ ਹੋਇਆ। ਕੀ ਉਹਦੇ ਤੋਂ ਬਾਅਦ ਕੋਈ ਸਖਤੀ ਕੀਤੀ ਗਈ ਹੈ ਉਸ ਤਰ੍ਹਾਂ ਦੀਆਂ ਘਟਨਾਵਾਂ ਦੇ ਉੱਤੇ? ਸਰੀ RCMP ਉੱਧਰਲੇ ਪਾਸੇ ਨੂੰ ਗੰਭੀਰਤਾ ਪਹਿਲਾਂ ਨਾਲੋਂ ਵੱਧ ਕੁਛ ਦਿਖਾ ਰਹੀ ਹੈ ਜੀ? ਹਾਂਜੀ ਬਿਲਕੁਲ ਜੀ। ਜਦੋਂ ਵੀ ਇੱਥੇ ਆਪਣਾ ਕਿਸੇ ਵੀ ਜਾਂ ਸਿਟੀ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਇਨਵੋਲਵ ਹੁੰਦੀ ਹੈ ਨਾ, ਤਾਂ ਸਾਰਿਆਂ ਦਾ ਉਹ ਇੱਕ ਤਰ੍ਹਾਂ ਦਾ ਨਜ਼ਰੀਆ ਉੱਥੇ ਬਣ ਜਾਂਦਾ ਵੀ ਇਸ ਏਰੀਏ ਵਿੱਚ ਕਿਉਂ ਹੋ ਰਿਹਾ ਹੈ। ਸੋ ਸਾਡੀ ਇਨਵੈਸਟੀਗੇਸ਼ਨ ਵੀ ਉੱਥੇ ਅਸੀਂ ਉੱਧਰ ਨੂੰ ਫਿਰ ਟਰਨ ਲੈ ਲੈਂਦੇ ਹਾਂ। ਸਾਡੀ ਉਸ ਘਟਨਾ ਤੋਂ ਬਾਅਦ ਉੱਥੋਂ ਦੀ ਜਿਹੜੀ ਇਨਫੋਰਸਮੈਂਟ ਆ ਬਹੁਤ ਜ਼ਿਆਦਾ ਵਧਾਈ ਗਈ ਹੈ। ਉੱਥੇ ਪੈਟਰੋਲਿੰਗ ਐਵਰੀਡੇ ਕੀਤੀ ਗਈ ਹੈ ਅਤੇ ਜਿਹੜੇ ਵੀ ਉੱਥੇ ਸ਼ਰਾਰਤੀ ਅਨਸਰ ਸਾਨੂੰ ਮਿਲਦੇ ਹੁਣ ਉਹਨਾਂ ਨੂੰ ਫਾਈਨ ਵੀ ਬਹੁਤ ਕੀਤੇ ਗਏ ਉਸ ਤੋਂ ਬਾਅਦ। ਸੋ ਉਹ ਜ਼ੀਰੋ ਟੋਲਰੈਂਸ ਹੋ ਜਾਂਦੀ ਹੈ। ਜਦੋਂ ਕੋਈ ਅਸੀਂ ਇੱਥੇ ਚਾਹੁੰਦੇ ਨਹੀਂ ਵੀ ਕੋਈ ਕਿਸੇ ਨੇ ਇੱਕ ਵਾਰੀ ਹੁੱਲੜਬਾਜ਼ੀ ਕਰਤੀ ਵੀ ਉਹ ਦੁਬਾਰੇ ਫੇਰ ਹੋਊਗੀ। ਸੋ ਉੱਥੇ ਜ਼ੀਰੋ ਟੋਲਰੈਂਸ ਹੈ। ਉਸ ਏਰੀਏ 'ਚ ਕੋਈ ਵੀ ਬੰਦਾ ਬਿਨਾਂ ਗੱਲ ਤੋਂ ਹੈਗਾ ਜਾਂ ਕੋਈ ਗਲਤ ਕੰਮ ਕਰ ਰਿਹਾ ਤਾਂ ਉਸ ਨੂੰ ਫਾਈਨ ਜ਼ਰੂਰ ਕੀਤਾ ਜਾਂਦਾ ਜੀ। ਅੱਛਾ ਢਿੱਲੋਂ ਸਾਹਿਬ, ਮੈਨੂੰ ਇੱਕ ਚੀਜ਼ ਜ਼ਰੂਰ ਦੱਸਿਓ। ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਭਾਈ ਆ ਸਾਰੇ ਕਾਰਾਂ ਦੇ ਵਿੱਚ ਆ ਪਟਾਕੇ ਆ ਜਿਹੜੇ ਵੱਜਦੇ, ਆਵਾਜ਼ਾਂ ਜਿਹੀਆਂ ਅਜੀਬ ਤਰੀਕੇ ਦੀਆਂ ਹੁੰਦੀਆਂ ਕਿ ਸਾਰੇ ਹੀ ਕਰਾਈ ਫਿਰਦੇ, ਮੈਂ ਵੀ ਕਰਾ ਲੈਣਾ। ਕੀ ਕਾਨੂੰਨੀ ਤੌਰ ਦੇ ਉੱਤੇ ਉਹ ਚੀਜ਼ਾਂ ਜਿਹੜੀਆਂ ਨੇ ਵਾਜਬ ਨੇ, ਕੀਤਾ ਜਾ ਸਕਦਾ ਇੱਦਾਂ ਉੱਚੀ ਉੱਚੀ ਜਿਹੜਾ ਮਿਊਜ਼ਿਕ ਲਾਉਣਾ, ਸ਼ੀਸ਼ੇ ਖੋਲ੍ਹ ਕੇ ਰੱਖਣੇ, ਲਾਗਿਓਂ ਦੀ ਲੰਘਣਾ ਬੜਾ ਮੁਸ਼ਕਿਲ ਹੋ ਜਾਂਦਾ? ਜਿਹੜੇ ਲੋਕ ਇੱਦਾਂ ਕਰਦੇ ਆ ਕੀ ਉਹ ਕਾਨੂੰਨੀ ਤੌਰ ਦੇ ਉੱਤੇ ਸਾਰਾ ਕੁਛ ਠੀਕ ਹੀ ਕਰਦੇ ਆ ਜਾਂ ਗਲਤ ਕਰਦੇ ਆ? ਹਾਂ ਨਹੀਂ ਜੀ, ਉਹ ਠੀਕ ਨਹੀਂ ਹੈਗਾ। ਉਹ ਸਰ ਜਿਹੜਾ ਮੋਟਰ ਵਹੀਕਲ ਐਕਟ ਹੈਗਾ ਨਾ ਆਪਣਾ ਬ੍ਰਿਟਿਸ਼ ਕੋਲੰਬੀਆ ਦਾ, ਉਹ ਕੋਈ ਲੁਕਿਆ ਨਹੀਂ ਹੈਗਾ। ਕੋਈ ਵੀ ਬੰਦਾ ਗੂਗਲ ਕਰਕੇ ਉਹਨੂੰ ਦੇਖ ਸਕਦਾ। ਜਦੋਂ ਆਪਾਂ ਕਿਸੇ ਕਾਰ ਨੂੰ ਜਾਂ ਕਿਸੇ ਵਹੀਕਲ ਨੂੰ ਮੋਡੀਫਾਈ ਕਰਦੇ ਹਾਂ, ਉਸ ਦੇ ਵੱਡੇ ਵੱਡੇ ਟਾਇਰ ਪਾ ਲੈਂਦੇ ਹਾਂ, ਉਸ ਦੇ ਮਫਲਰ ਵੱਡੇ ਲਾ ਲੈਂਦੇ ਹਾਂ, ਤਾਂ ਉਹ ਇੱਥੋਂ ਦਾ ਜਿਹੜਾ ਮੋਟਰ ਵਹੀਕਲ ਐਕਟ ਆ ਉਹ ਅਲਾਓ ਨਹੀਂ ਕਰਦਾ ਉਸ ਚੀਜ਼ ਨੂੰ। ਕਿਉਂਕਿ ਸਰਟਨ ਸਾਈਜ਼ ਤੁਸੀਂ ਜਦੋਂ ਟਾਇਰ ਤੁਹਾਡੇ ਬਾਹਰ ਹੁੰਦੇ ਆ, ਸਟਿਕ ਹੁੰਦੇ ਆ, ਉਹਦਾ ਸਰਟਨ ਲੈਂਥ ਜਾਂ ਵਿਡਥ ਹੁੰਦੀ ਹੈ ਵੀ ਉਸ ਤੋਂ ਬਾਅਦ ਹੋ ਨਹੀਂ ਸਕਦੇ। ਸਪੈਸੀਫਿਕੇਸ਼ਨ ਤੋਂ ਜਦੋਂ ਬਾਅਦ ਜਾਂਦੇ ਆਪਾਂ ਉਹ ਫਿਰ ਫਾਈਨ ਦੇ ਵਿੱਚ ਆ ਜਾਂਦੇ ਆ। ਸੋ ਲਾਊਡ ਮਿਊਜ਼ਿਕ ਲਾਉਣਾ, ਕਿਸੇ ਦੀ ਸ਼ਾਂਤੀ ਭੰਗ ਕਰਨੀ, ਕਿਸੇ ਨਾਲ ਨੂੰ ਡਿਸਟਰੈਕਟ ਕਰਨਾ, ਉਸ ਦੇ ਵੀ ਇੱਥੇ ਫਾਈਨ ਹੈਗੇ ਆ। ਸੋ ਮੇਕ ਸ਼ੋਰ ਕਰੋ ਵੀ ਜਦੋਂ ਤੁਸੀਂ ਕਿਸੇ ਕਾਰ ਨੂੰ ਕੋਈ ਚੀਜ਼ ਲਵਾਉਣੀ ਆ, ਮੋਡੀਫਾਈ ਕਰਾਉਣਾ, ਉਹ ਕਿਸੇ ਸਰਟੀਫਾਈਡ ਬਾਡੀ ਸ਼ਾਪ ਤੋਂ ਲਵਾਈ ਜਾਵੇ, ਜਿਨ੍ਹਾਂ ਨੂੰ ਇਹ ਚੀਜ਼ ਦਾ ਪਤਾ ਹੁੰਦਾ ਜੀ। ਜੀ ਇੱਕ ਢਿੱਲੋਂ ਸਾਹਿਬ ਮੈਨੂੰ ਹੋਰ ਦੱਸਿਓ, ਹਾਲਾਂਕਿ ਹੋ ਸਕਦਾ ਕਿ ਉਹ ਪ੍ਰੋਵਿੰਸ ਤੋਂ ਬਾਹਰਲੀਆਂ ਘਟਨਾਵਾਂ ਹੋਣ, ਪਰ ਤੁਸੀਂ ਵੀ ਵੀਡੀਓ ਬਹੁਤ ਸਾਰੀਆਂ ਵੇਖੀਆਂ ਹੋਣੀਆਂ, ਆਮ ਲੋਕਾਂ ਨੇ ਵੇਖੀਆਂ, ਮੈਂ ਵੀ ਵੇਖੀਆਂ, ਕਿ ਲੰਮੇ ਪਾ ਕੇ ਇੱਕ ਦੂਸਰੇ ਨੂੰ ਕੁੱਟਣਾ, ਡੰਡਿਆਂ ਨਾਲ ਕੁੱਟਣਾ, ਕਿਰਪਾਨਾਂ ਕਈ ਜਗ੍ਹਾ ਦੇ ਉੱਤੇ ਚੱਲਦੀਆਂ। ਉਹ ਘਟਨਾ ਜਦੋਂ ਘਟਦੀ ਹੈ, ਵੀਡੀਓ ਆ ਜਾਂਦੀ ਹੈ, ਸਾਰੇ ਸਰਕੂਲੇਟ ਹੁੰਦੀ ਹੈ। ਉਹਦੇ ਤੋਂ ਬਾਅਦ 2-4 ਦਿਨ ਉਹਦੇ ਬਾਬਤ ਕੋਈ ਅਫਵਾਹਾਂ, ਕੋਈ ਸੱਚੀਆਂ ਖਬਰਾਂ ਚੱਲਦੀਆਂ ਜੀ ਉਹਨਾਂ ਨੂੰ ਡਿਪੋਰਟ ਕਰਤਾ ਜਾਊ, ਉਹਨਾਂ ਨੂੰ ਸਜ਼ਾ ਹੋ ਜੂ, ਇੰਨੇ ਬੰਦੇ ਨੇ, ਫਿਰ ਸ਼ਾਂਤੀ ਹੋ ਜਾਂਦੀ ਹੈ। ਕੀ ਜਦੋਂ ਕੈਨੇਡਾ ਦੇ ਵਿੱਚ ਕੋਈ ਇੱਦਾਂ ਦੀ ਘਟਨਾ ਘਟਦੀ ਹੈ ਤਾਂ ਉਹਦੇ ਤੋਂ ਬਾਅਦ ਫਿਰ ਜਿਹੜੇ ਬੰਦਿਆਂ ਦੀ ਹੁਣ ਵੀਡੀਓ ਹੀ ਆ ਗਈ, ਜਿਹਨਾਂ ਦੇ ਫੇਸ ਹੀ ਨਜ਼ਰ ਆ ਗਏ, ਜਿਹਨਾਂ ਦੀਆਂ ਕਾਰਾਂ ਦੇ ਨੰਬਰ ਹੀ ਟਰੇਸ ਹੋ ਗਏ, ਆਖਰਕਾਰ ਉਹਨਾਂ ਨੂੰ ਉਹਨਾਂ ਚੀਜ਼ਾਂ ਦੇ ਅੰਜਾਮ ਤਾਂ ਭੁਗਤਣੇ ਪੈਣਗੇ ਨਾ, ਚਾਹੇ ਖਬਰਾਂ ਮੁੜ ਕੇ ਇੰਨੀਆਂ ਹਾਈਲਾਈਟ ਹੋਣ ਜਾਂ ਨਾ ਹੋਣ?
ਹਾਂ ਬਿਲਕੁਲ ਜੀ, ਜਦੋਂ ਵੀ ਜਿਸ ਤਰ੍ਹਾਂ ਮੈਂ ਵੀ ਉਹ ਵੀਡੀਓ ਦੇਖੀ ਸੀ, ਜਿਵੇਂ ਆਪਣਾ ਥਿੰਕ ਟੋਰਾਂਟੋ ਏਰੀਏ ਸੀਗਾ, ਸ਼ਰੇਆਮ ਖੁੱਲ੍ਹੇ ਪਾਰਕਿੰਗ ਲਾਟ ਵਿੱਚ ਜਾਂ ਉਹ ਲੜਾਈ ਹੋ ਰਹੀ ਸੀ, ਕਿਰਪਾਨਾਂ ਚੱਲ ਰਹੀਆਂ ਸੀਗੀਆਂ। ਡੈਫੀਨਿਟਲੀ ਜੀ ਉਹ ਇੱਥੇ ਕਾਨੂੰਨ ਆਪਾਂ ਚੀਜ਼ ਨੂੰ ਅਲਾਓ ਨਹੀਂ ਕਰਦੇ, ਪਹਿਲਾਂ ਵੀ ਜਿਸ ਤਰ੍ਹਾਂ ਮੈਂ ਐਕਸਪਲੇਨ ਕੀਤਾ। ਸੋ ਉਹਦੀ ਇਨਵੈਸਟੀਗੇਸ਼ਨ ਚੱਲਦੀ ਹੈ, ਉਹ ਬੰਦੇ ਸਾਰੇ ਆਈਡੈਂਟੀਫਾਈ ਹੋ ਜਾਂਦੇ ਆ, ਅਤੇ ਉਸ ਨੂੰ ਜਿਹੜਾ ਵੀ ਉਹਨਾਂ ਨੇ ਕੰਮ ਕੀਤਾ ਹੈਗਾ, ਜਿਹੜੇ ਵੀ ਉਹ ਚਾਰਜਸ ਬਣਦੇ ਆ, ਉਹਨਾਂ ਚਾਰਜ ਲਾ ਕੇ ਉਹਨਾਂ ਨੂੰ ਕਨਵਿਕਸ਼ਨ ਹੁੰਦੀ ਆ। ਹਾਂ ਟਾਈਮ ਥੋੜ੍ਹਾ ਜ਼ਰੂਰ ਲੱਗ ਜਾਂਦਾ, ਕਿਉਂਕਿ ਤੁਸੀਂ ਆਪਾਂ ਜਿਵੇਂ ਮੈਂਸ਼ਨ ਕੀਤਾ ਵੀ ਕਈ ਵਾਰੀ ਸ਼ਾਂਤੀ ਹੋਈ ਨਹੀਂ, ਬਾਅਦ 'ਚ ਪਤਾ ਲੱਗਦਾ ਵੀ ਕੁਛ ਨਹੀਂ ਹੋਇਆਗਾ। ਇਹ ਗੱਲ ਨਹੀਂ ਹੁੰਦੀ ਕਿ ਉਹ ਜਿਹੜੇ ਬੰਦਿਆਂ ਨੂੰ ਜਿਹੜੇ ਨੇ ਇੱਕ ਵਾਰੀ ਗਲਤ ਕੰਮ ਕਰਤਾ, ਉਹ ਟਾਈਮ ਜ਼ਰੂਰ ਲੱਗ ਜਾਂਦਾ, ਪਰ ਉਹ ਸਜ਼ਾ ਜ਼ਰੂਰ ਮਿਲਦੀ ਹੈ। ਜੇ ਉਹ ਫਿਰ ਜਾਂ ਤਾਂ ਉਹਨੂੰ ਡਿਪੋਰਟ ਕੀਤਾ ਜਾਂਦਾ, ਜਾਂ ਉਹਨੂੰ ਇੱਥੇ ਜੇਲ੍ਹ ਦੀ ਸਜ਼ਾ ਹੁੰਦੀ ਹੈ, ਅਗਰ ਉਹ ਕਨਵਿਕਟ ਹੋ ਜਾਂਦੇ ਆ ਤਾਂ। ਜੀ, ਇੱਕ ਪੁਲਿਸ ਅਧਿਕਾਰੀ ਦੇ ਤੌਰ ਦੇ ਉੱਤੇ ਕੁਲਦੀਪ ਸਿੰਘ ਢਿੱਲੋਂ ਹੋਰੀ ਸਲਾਹ ਕੀ ਦੇਣਗੇ ਪੇਰੈਂਟਸ ਨੂੰ, ਮਾਂ-ਬਾਪ ਨੂੰ, ਜਿਹੜੇ ਪੰਜਾਬ ਦੇ ਵਿੱਚ ਬੈਠੇ ਆ, ਜਿਨ੍ਹਾਂ ਦੇ ਬੱਚਿਆਂ ਨੇ ਅਜੇ ਕੈਨੇਡਾ ਦੇ ਵਿੱਚ, ਸਰੀ ਦੇ ਵਿੱਚ, BC ਦੇ ਵਿੱਚ ਆਉਣਾ ਪੜ੍ਹਾਈ ਦੇ ਲਈ, ਜਾਂ ਕੈਨੇਡਾ ਦੇ ਕਿਸੇ ਵੀ ਖੇਤਰ ਦੇ ਵਿੱਚ ਆਉਣਾ, ਕਿ ਆਪਣੇ ਬੱਚਿਆਂ ਨੂੰ ਮਾਨਸਿਕ ਤੌਰ ਦੇ ਉੱਤੇ ਕਿਵੇਂ ਤਿਆਰ ਕਰਨ, ਬੱਚੇ ਮੈਂਟਲੀ ਕਿਵੇਂ ਪ੍ਰਪੇਅਰ ਹੋ ਕੇ ਆਉਣ ਕਿ ਆਹ ਚੀਜ਼ਾਂ ਅਸੀਂ ਕੈਨੇਡਾ ਦੇ ਵਿੱਚ ਜਾ ਕੇ ਕਰਨੀਆਂ ਅਤੇ ਆਹ ਚੀਜ਼ਾਂ ਜਿਹੜੀਆਂ ਨਹੀਂ ਕਰਨੀਆਂ, ਨਹੀਂ ਤਾਂ ਨੁਕਸਾਨ ਹੋਏਗਾ। ਹਾਂ WhatsApp ਦੇਖੋ ਜੀ, ਆਪਾਂ ਜਿਵੇਂ ਕਹਿ ਦਿੰਦੇ ਹਾਂ ਨਾ, ਜਿਹੜੀ ਸਿੱਖਿਆ ਹੈਗੀ ਆ ਉਹ ਸਕੂਲ 'ਚੋਂ ਮਿਲਦੀ ਆ, ਅਤੇ ਜਿਹੜੀ ਅਕਲ ਆ ਉਹ ਘਰੋਂ ਮਿਲਦੀ ਆ। ਹਾਂ ਆਪਾਂ ਵੀ ਸਾਰੇ ਇੱਥੇ ਬਹੁਤ ਸਾਲ ਪਹਿਲਾਂ ਕੈਨੇਡਾ ਵਿੱਚ ਆਏ ਹਾਂ, ਆਪਾਂ ਕੋਈ ਸੁਪਨੇ ਲੈ ਕੇ, ਉਮੀਦਾਂ ਲੈ ਕੇ ਆਏ ਸੀ, ਉੱਥੇ ਪੜ੍ਹਨਾ, ਤਰੱਕੀਆਂ ਕਰਨੀਆਂ, ਕੀਤੀਆਂ ਵੀ ਆ, ਹਾਲੇ ਵੀ ਕਰ ਰਹੇ ਹਾਂ। ਸੋ ਮੈਂ ਇਹੀ ਮੈਸੇਜ ਦੇਵਾਂਗਾ ਜਿਹੜੇ ਇੱਥੇ ਆ ਚੁੱਕੇ ਆ ਜਾਂ ਜਿਹੜੇ ਆਉਣ ਵਾਲੇ ਹੈਗੇ ਆ, ਵੀ ਜਿਹੜਾ ਤੁਹਾਡਾ ਮਕਸਦ ਇੱਥੇ ਆਉਂਦਾ ਸੀ ਉਹ ਮਕਸਦ ਨੂੰ ਪੂਰਾ ਕਰੋ, ਨਾ ਕਿ ਤੁਸੀਂ ਇਹ ਸੋਚੋ ਕਿ ਮੈਨੂੰ ਉੱਥੇ ਫਰੀਡਮ ਬਹੁਤ ਮਿਲ ਗਈ, ਮੈਂ ਕੁਛ ਵੀ ਕਰ ਸਕਦਾ ਹੈ ਜੀ। ਇੱਥੇ ਜਿਹੜੇ ਕਾਨੂੰਨ ਹੈਗੇ ਆ, ਇੱਥੇ ਡੰਡੇ ਦੀ ਮਾਰ ਤਾਂ ਹੈ ਨਹੀਂ ਗੀ, ਇੱਥੇ ਸਿਰਫ ਕਲਮ ਦੀ ਮਾਰ ਆ। ਜਦੋਂ ਕਲਮ ਦੀ ਮਾਰ ਵੱਜ ਜਾਂਦੀ ਹੈ, ਤੁਹਾਡਾ ਰੈਕਡ ਇੱਕ ਵਾਰੀ ਬਣ ਜਾਂਦਾ ਨਾ, ਤੁਸੀਂ ਨਾ ਤਾਂ ਕਿਸੇ ਗਵਰਨਮੈਂਟ ਜੋਬ ਲਈ ਤੁਸੀਂ ਅਪਲਾਈ ਕਰ ਸਕਦੇ ਹੋ, ਨਾ ਤੁਹਾਨੂੰ ਕਿਤੇ ਚੰਗੀ ਯੂਨੀਵਰਸਿਟੀ ਦਾਖਲਾ ਮਿਲਦਾ, ਨਾ ਹੀ ਤੁਸੀਂ ਕਿਸੇ ਬਾਰਡਰ ਕ੍ਰਾਸ ਕਰ ਸਕਦੇ ਹੋ, ਕਿਸੇ ਹੋਰ ਕੰਟਰੀ ਦਾ ਵੀਜ਼ਾ ਲੈ ਸਕਦੇ ਹੋ। ਸੋ ਉਹ ਜਿਹੜਾ ਰੈਕਡ ਤੁਹਾਡੇ ਨਾਲ ਸਾਰੀ ਉਮਰ ਰਹਿੰਦਾ। ਸੋ ਮੇਕ ਸ਼ੋਰ ਕਰੋ ਜਦੋਂ ਤੁਸੀਂ ਇੱਥੇ ਆਉਣਾ ਨਾ, ਤੁਸੀਂ ਕਾਨੂੰਨ ਦੀ ਪਾਲਣਾ ਕਰੋ, ਅਤੇ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਜਿਹੜੇ ਇੱਕ ਵਾਰੀ ਤੁਹਾਡੀ ਕਲਮ ਚੱਲ ਗਈ, ਤੁਹਾਡਾ ਰੈਕਡ ਬਣ ਗਿਆ, ਤਾਂ ਸਾਰੀ ਲਾਈਫ ਤੁਹਾਡੇ ਨਾਲ ਰਹਿੰਦੀ ਹੈ। ਇਹ ਚੀਜ਼ਾਂ ਹਮੇਸ਼ਾ ਆਪਾਂ ਨੂੰ ਨਾ ਆਪਣੇ ਦਿਮਾਗ ਵਿੱਚ ਰੱਖਣੀਆਂ ਚਾਹੀਦੀਆਂ। ਸੋ ਮੈਂ ਮੈਸੇਜ ਇਹੀ ਹਾਂਜੀ ਜੀ ਢਿੱਲੋਂ ਸਾਹਿਬ, ਮੈਂ ਇੱਕ ਚੀਜ਼ ਪੁੱਛਣੀ, ਜਾਣੀ ਤੁਹਾਡੇ ਕਹਿਣ ਦਾ ਭਾਵ ਹੈ ਕਿ ਕੋਈ ਵੀ ਟਿਕਟ ਮਿਲਦੀ ਹੈ ਕਿਸੇ ਵੀ ਤਰ੍ਹਾਂ ਦੀ, ਕੋਈ ਵੀ ਅਸੀਂ ਛੋਟਾ ਮੋਟਾ ਕ੍ਰਾਈਮ ਕਰ ਲੈਂਦੇ ਹਾਂ, ਭਲਕ ਨੂੰ ਜੇ ਸਰਕਾਰੀ ਨੌਕਰੀ ਲਈ ਅਪਲਾਈ ਕਰਨਾ ਤਾਂ ਉਹ ਕੰਪਿਊਟਰ ਨੇ ਰਿਕਾਰਡ ਕੱਢ ਕੇ ਸਾਹਮਣੇ ਰੱਖ ਦੇਣਾ। ਜੇ ਅਸੀਂ ਬਾਰਡਰ ਕ੍ਰਾਸ ਕਰਨਾ, ਸੋਚੀਏ ਕਿ ਟਰੱਕ ਚਲਾ ਲਾਂਗੇ ਬਈ, ਅਮਰੀਕਾ ਨੂੰ ਟਰੱਕ ਚਲਾਵਾਂਗੇ, ਰੁਪਈਏ ਡਾਲਰ ਬਥੇਰੇ ਬਣਦੇ ਆ, ਉੱਥੇ ਸਾਰੀ ਜਗ੍ਹਾ 'ਤੇ ਸਾਨੂੰ ਮੁੜ ਕੇ ਦਿੱਕਤਾਂ ਆਉਣਗੀਆਂ। ਹਾਂਜੀ ਡਿਪੈਂਡ ਕਰਦਾ, ਜਿਵੇਂ ਇੱਕ ਟਿਕਟ ਮਿਲੀ ਹੈ ਉਹਦਾ ਨਹੀਂ ਮੈਂ ਕਹਿ ਸਕਦਾ ਵੀ ਤੁਹਾਨੂੰ ਹਰ ਜਗ੍ਹਾ 'ਤੇ ਪ੍ਰੋਬਲਮ ਆਉਂਦੀ ਹੈ। ਇਹ ਲੈਵਲ ਹੁੰਦਾ, ਤੁਸੀਂ ਕਿੰਨੀਆਂ ਟਿਕਟਾਂ ਲਈਆਂ, ਜਿਵੇਂ ਟਿਕਟ ਫਾਈਨ ਤੋਂ ਲੈ ਕੇ ਜਿਵੇਂ ਤੁਸੀਂ ਡੇਂਜਰਸ ਡਰਾਈਵਿੰਗ ਕਰਦੇ ਹੋ, ਤੁਸੀਂ ਅਰੈਸਟ ਵੀ ਹੋ ਸਕਦੇ ਹੋ। ਸੋ ਡਿਪੈਂਡ ਕਰਦਾ ਤੁਸੀਂ ਕਿਹੋ ਜਿਹਾ ਕ੍ਰਾਈਮ ਕੀਤਾ ਹੋਇਆ। ਬਾਕੀ ਇੱਥੇ ਜਦੋਂ ਵੀ ਤੁਸੀਂ ਕਈ ਵਾਰੀ ਬਾਹਰ ਜਾਂਦੇ ਹੋ, ਜਾਂ ਕੋਈ ਤੁਹਾਨੂੰ ਜੋਬ ਲੈਣੀ ਪੈਂਦੀ ਹੈ, ਜਾਂ ਕੋਈ ਐਡਮਿਸ਼ਨ ਲੈਣੀ ਪੈਂਦੀ ਹੈ, ਇੱਥੇ ਕ੍ਰਿਮੀਨਲ ਰੈਕਡ ਮੰਗਿਆ ਜਾਂਦਾ। ਸੋ ਜਦੋਂ ਤੁਸੀਂ ਕ੍ਰਿਮੀਨਲ ਰੈਕਡ ਲੈਣ ਜਾਂਦੇ ਹੋ ਤਾਂ ਤੁਹਾਡਾ ਰੈਕਡ ਤੁਹਾਡਾ ਉਹ ਪ੍ਰਿੰਟ ਹੋ ਕੇ ਤੁਹਾਡੇ ਨੂੰ ਦਿੱਤਾ ਜਾਂਦਾ ਵੀ ਤੁਸੀਂ ਆਹ ਕੁਛ ਕੀਤਾ ਹੋਇਆ, ਤੁਹਾਨੂੰ ਤੁਹਾਡੇ ਟਿਕਟਾਂ ਮਿਲੀਆਂ ਹੋਈਆਂ, ਆਹ ਤੁਹਾਡੇ 'ਤੇ ਚਾਰਜ ਲੱਗੇ ਹੋਏ ਆ। ਸੋ ਉਹ ਰੈਕਡ ਤੁਹਾਨੂੰ ਵੇਖ ਕੇ ਫਿਰ ਗਾਂਹ ਵਾਲੇ ਦੀ ਮਰਜ਼ੀ ਹੁੰਦੀ ਹੈ, ਯੂਨੀਵਰਸਿਟੀ ਐਡਮਿਸ਼ਨ ਵਾਲਿਆਂ ਦੀ ਜਾਂ ਗਵਰਨਮੈਂਟ ਦੀ, ਤੁਹਾਨੂੰ ਵੀ ਉਹ ਜੋਬ ਦੇਣੀ ਹੈ ਜਾਂ ਨਹੀਂ ਦੇਣੀ ਹੈ, ਜਾਂ ਤੁਹਾਨੂੰ ਗਾਂਹ ਵੀਜ਼ਾ ਮਿਲਣਾ ਨਾ ਮਿਲਣਾ। ਸੋ ਰੈਕਡ ਜਿਹੜਾ ਹੈਗਾ ਇੱਥੇ ਕਲੀਨ ਰੱਖਣਾ ਬਹੁਤ ਜ਼ਰੂਰੀ ਹੈ ਜੀ। ਢਿੱਲੋਂ ਸਾਹਿਬ, ਇੱਕ ਸਵਾਲ ਮੇਰੇ ਮਨ ਦੇ ਵਿੱਚ ਹੋਰ ਆ ਗਿਆ, ਸ਼ਰਾਬ ਪੀ ਕੇ ਕਾਰ ਚਲਾਉਣਾ। ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਨੇ, ਵਰਕ ਪਰਮਿਟ ਵਾਲੇ ਨੇ, ਜਿਹੜੇ ਬਿਲਕੁਲ ਇੱਧਰਲੇ ਪਾਸੇ ਨੂੰ ਨਹੀਂ ਜਾਂਦੇ। ਕਿ ਜੇ ਸ਼ਰਾਬ ਆਮ ਹੀ ਹੁੰਦਾ, ਕੋਈ ਗੱਲ ਨਹੀਂ, 2-3 ਹੀ 4 ਪੈਗ ਲਾਏ, ਮੇਰੇ ਕਿਤੇ ਹੋਸ਼ 'ਚ ਨਹੀਂ ਹੈਗਾ, ਮੈਂ ਲੈ ਜਾਣੀ ਆ ਕਾਰ ਘਰ ਨੂੰ, ਮੈਂ ਕੋਈ ਗੱਲ ਨਹੀਂ ਚਲਾ ਲੈਣਾ ਉੱਧਰੋਂ। ਕੀ ਬਹੁਤ ਖਤਰਨਾਕ ਅਪਰਾਧ ਹੈ ਕਿ ਜੇ ਅਚਾਨਕ ਹੀ ਅਸੀਂ ਕਹਿੰਦੇ ਨਹੀਂ ਜੀ ਕਾਰ ਚਲਾ ਕੇ ਮੈਂ ਲੈ ਜਾਣੀ ਆ, 2-3 ਪੈਗ ਲਾਏ ਆ, ਗੱਲ ਕਿਹੜੀ ਹੈ, ਅਸੀਂ ਚਲਾਉਂਦੇ ਰਹੇ ਹਾਂ, ਪੰਜਾਬ 'ਚ ਵੀ ਸਭ ਕੁਛ ਕਰਦੇ ਰਹੇ, ਜੇ ਬੰਦਾ ਫੜਿਆ ਜਾਂਦਾ ਉਹਦੇ ਨੁਕਸਾਨ ਕਿੰਨੇ ਕੁ ਹੁੰਦੇ ਆ ਜੀ? ਦੇਖੋ, ਜਿਹੜਾ ਸ਼ਰਾਬ ਪੀ ਕੇ ਜਾਂ ਗੱਡੀ ਚਲਾਉਣ ਨੂੰ ਅਸੀਂ ਇੰਪੇਅਰ ਡਰਾਈਵਿੰਗ ਕਹਿ ਦਿੰਦੇ ਹਾਂ। ਇੰਪੇਅਰ ਡਰਾਈਵਿੰਗ ਦਾ ਮਤਲਬ ਤੁਸੀਂ ਜਦੋਂ ਸ਼ਰਾਬ ਪੀ ਕੇ ਗੱਡੀ ਚਲਾਉਣੇ ਆ, ਜਾਂ ਤੁਸੀਂ ਕੋਈ ਡਰੱਗ ਖਾਧੀ ਹੈ ਗੱਡੀ ਚਲਾਉਣੇ ਆ, ਉਹਦੇ ਜਿਹੜੇ ਜੁਰਮ ਆ ਬਹੁਤ ਹੀ ਗੰਭੀਰ, ਬਹੁਤ ਹੀ ਵੱਡਾ ਜੁਰਮ ਮੰਨਿਆ ਜਾਂਦਾ ਕੈਨੇਡਾ ਦੇ ਵਿੱਚ। ਅਤੇ ਜੇ ਤੁਸੀਂ ਇਹ ਫੜੇ ਜਾਂਦੇ ਹੋ, ਤੁਹਾਡੇ 'ਤੇ ਚਾਰਜ ਲੱਗ ਜਾਂਦੇ ਆ, ਤੁਹਾਡਾ ਲਾਇਸੈਂਸ ਵੀ ਕੈਂਸਲ ਹੋ ਜਾਂਦਾ। ਜੇ ਤੁਹਾਡਾ ਲਾਇਸੈਂਸ ਕੈਂਸਲ ਹੋ ਗਿਆ, ਤੁਸੀਂ ਕੰਮ 'ਤੇ ਵੀ ਨਹੀਂ ਜਾ ਸਕਦੇ, ਅਤੇ ਰੈਕਡ ਤੁਹਾਡਾ ਜਿਹੜਾ ਬਣਦਾ ਹੈ, ਤੁਸੀਂ ਅਗੇਨ ਜਿਹੜੇ ਉਹ ਚਾਰਜਿਸ ਹੈਗੇ ਬਹੁਤ ਸੀਰੀਅਸ ਚਾਰਜਿਸ ਹੈਗੇ ਆ, ਤੁਸੀਂ ਬਾਰਡਰ ਵੀ ਨਹੀਂ ਜਾ ਸਕਦੇ, ਤੁਸੀਂ ਜੇ ਇੱਥੇ ਕੋਈ PR ਜਾਂ ਸਿਟੀਜ਼ਨ ਨਹੀਂ ਆ, ਤੁਸੀਂ ਡਿਪੋਰਟ ਵੀ ਹੋ ਸਕਦੇ ਹੋ। ਸੋ ਉਹਦੇ ਬਹੁਤ ਗੰਭੀਰ ਸਿੱਟੇ ਨਿਕਲਦੇ ਆ, ਖਾਸ ਕਰ ਇੰਪੇਅਰਡ ਚਾਰਜਿਸ ਦੇ ਜੀ।
ਢਿੱਲੋਂ ਸਾਹਿਬ 17 ਸਾਲਾਂ ਦਾ ਤਜਰਬਾ ਜਿਹੜਾ ਉਹ ਤੁਹਾਡੇ ਜਵਾਬਾਂ ਦੇ ਵਿੱਚੋਂ ਜਿਹੜਾ ਉਹ ਸਾਨੂੰ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ ਸੀ ਤੇ ਅਸੀਂ ਆਪਣੇ ਜਿਹੜੇ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਹੁਣ ਆਖਣਾ ਵੀ ਹੈ ਕਿ ਤੁਹਾਡਾ ਕੋਈ ਮਨ ਦੇ ਵਿੱਚ ਸਵਾਲ ਹੋਵੇ ਇਹਦੇ ਸੰਬੰਧ ਵਿੱਚ ਤਾਂ ਤੁਸੀਂ ਜ਼ਰੂਰ ਸਵਾਲ ਲਿਖ ਦਿਓ। ਆਪਾਂ ਕੁਲਦੀਪ ਸਿੰਘ ਢਿੱਲੋਂ ਸਾਹਿਬ ਨੂੰ ਦੁਬਾਰਾ ਵੀ ਇੱਕ ਵਾਰੀ ਹਾਕ ਮਾਰ ਲਾਂਗੇ ਕਿਉਂਕਿ ਤੁਹਾਡੀ ਸੰਤੁਸ਼ਟੀ ਕਰਾਉਣੀ ਜਿਹੜੀ ਉਹ ਬਹੁਤ ਜ਼ਰੂਰੀ ਹੈ। ਢਿੱਲੋਂ ਸਾਹਿਬ ਤੁਸੀਂ ਜੁੜੇ ਬਹੁਤ ਸੁਘੜ ਸਿਆਣੀ ਪੰਜਾਬੀ ਦੇ ਵਿੱਚ ਸਾਡੀ ਸਮਝਣ ਵਾਲੀ ਪੰਜਾਬੀ ਭਾਸ਼ਾ ਦੇ ਵਿੱਚ ਤੁਸੀਂ ਜਵਾਬ ਦਿੱਤੇ, ਤੁਹਾਡਾ ਬਹੁਤ ਧੰਨਵਾਦ ਜੀ। ਬਾਠ ਸਾਹਿਬ ਧੰਨਵਾਦ। ਐਂਡ ਅਗੇਨ ਜਦੋਂ ਵੀ ਕੋਈ ਕੁਐਸਚਨ ਹੋਇਆ ਜਾਂ ਕੋਈ ਹੋਰ ਪ੍ਰੋਗਰਾਮ ਕਰਨਾ ਮੈਂ ਸੇਵਾ ਲਈ ਫਿਰ ਹਾਜ਼ਰ ਹੋਵਾਂਗਾ ਤੇ ਤੁਹਾਡਾ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸੋ ਕੁਲਦੀਪ ਸਿੰਘ ਜੀ ਢਿੱਲੋਂ ਸਾਹਿਬ 17 ਸਾਲ ਤੋਂ ਸਰੀ RCMP ਜਾਣੀ ਕਿ ਪੁਲਿਸ ਆਫਿਸਰ ਦੇ ਤੌਰ ਦੇ ਉੱਤੇ ਸਰੀ ਦੇ ਵਿੱਚ ਹੀ ਸੇਵਾਵਾਂ ਨਿਭਾ ਰਹੇ ਨੇ। ਅਸੀਂ ਚਾਹੁੰਦੇ ਹਾਂ ਕਿ ਭਾਈ ਮਾਪੇ ਬੜੇ ਔਖੇ ਹੋ ਕੇ ਬੱਚਿਆਂ ਨੂੰ ਭੇਜਦੇ ਆ, ਜਿੱਦਾਂ 98% ਬੱਚੇ ਤਕਰੀਬਨ 98% ਬਹੁਤ ਵਧੀਆ ਕੰਮ ਕਰਦੇ ਆ, ਬਹੁਤ ਵਧੀਆ ਪੜ੍ਹਾਈ ਕਰਦੇ ਆ, ਕਾਨੂੰਨ ਦੀ ਬਿਲਕੁਲ ਪਾਲਣਾ ਕਰਦੇ ਆ। ਜਿਹੜੇ ਥੋੜ੍ਹੇ ਜਿਹੇ ਪਟਾਕੇ ਜਿਹੇ ਪਵਾਉਣ ਵਾਲੇ ਆ, ਲੜਾਈਆਂ ਝਗੜੇ ਕਰਨ ਵਾਲੇ ਆ, ਉਹ ਭਾਈ ਤੁਸੀਂ ਸੁਧਰ ਜਾਓ ਕਿਉਂਕਿ ਅੱਜ ਲੱਗਦਾ ਹੋਊਗਾ ਕਿ ਭਾਈ ਕੀ ਹੋ ਚੱਲਿਆ, ਕੁਛ ਨਹੀਂ ਹੁੰਦਾ। ਡਿਪੋਰਟ ਵੀ ਹੋ ਸਕਦੇ ਹੋ, ਜੇਲ੍ਹ ਵੀ ਜਾ ਸਕਦੇ ਹੋ, ਕਾਗਜ਼ ਪੱਤਰ ਬਣਨ ਦੇ ਵਿੱਚ ਦਿੱਕਤ ਆ ਸਕਦੀ ਹੈ, ਬਾਰਡਰ ਤੱਕ ਨਹੀਂ ਮੁੜ ਕੇ ਕ੍ਰਾਸ ਕਰ ਸਕੋਗੇ, ਸਮੱਸਿਆ ਆਊਗੀ। ਆਪਣਾ ਭਵਿੱਖ ਨਾ ਤਬਾਹ ਕਰੋ। ਅਸੀਂ ਮਾਪਿਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਭਾਈ ਆਹ ਸਾਰੀਆਂ ਗੱਲਾਂ ਤੁਸੀਂ ਸੁਣ ਲਿਆਉਣੀਆਂ। ਮੈਂ ਸ਼ਰਾਬ ਵਾਲੀ ਗੱਲ ਫਿਰ ਬਾਰ-ਬਾਰ ਕਹਿਣਾ, ਆਮ ਹੀ ਹੁੰਦਾ, ਕੋਈ ਗੱਲ ਨਹੀਂ, ਇੱਥੇ ਹੁਣ ਟੈਕਸੀ ਲੈ ਕੇ ਥੋੜ੍ਹੀ ਜਾਵਾਂਗੇ। ਪਹਿਲੀ ਗੱਲ ਪੀਓ ਹੀ ਨਾ, ਲੋੜ ਕੋਈ ਨਹੀਂ। ਪਰ ਜੇ ਪੀ ਵੀ ਲੈਂਦੇ ਹੋ, ਜੇ ਨਹੀਂ ਰਹਿ ਹੁੰਦਾ, ਗੱਡੀ ਨਾ ਚਲਾਇਓ। ਤੁਹਾਡੀ 1 ਸਕਿੰਟ ਦੀ ਗਲਤੀ ਜਿਹੜੀ ਹੈ ਨਾ ਤੁਹਾਨੂੰ ਬਾਰਡਰ ਪਾਰ ਕਰਾ ਕੇ 7 ਸਮੁੰਦਰੋਂ ਪਾਰ ਫਿਰ ਇੱਥੇ ਭੇਜੂਗੀ। ਬਹੁਤ ਖਤਰਨਾਕ ਅਪਰਾਧ ਗਿਣਿਆ ਜਾਂਦਾ। ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਘੁੱਗ ਵਸੋ। ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਨਾਲ ਥੋੜ੍ਹਾ ਜਿਹਾ ਚਾਨਣ ਜਿਹੜਾ ਜ਼ਰੂਰ ਹੋਵੇਗਾ, ਖਾਸ ਤੌਰ 'ਤੇ ਉਹਨਾਂ ਨੂੰ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਨਹੀਂ ਜੀ ਕੇਸ ਕਿ ਉੱਥੇ ਕਿਹੜਾ ਬਣਦਾ, ਕੋਈ ਨਹੀਂ ਇੱਥੇ ਪੁੱਛਦਾ, ਪੁਲਿਸ ਇੱਥੇ ਕੱਖ ਨਹੀਂ ਕਰਦੀ। ਅੰਦਰ ਖਾਤੇ ਇਨਵੈਸਟੀਗੇਸ਼ਨ ਸਾਰੀ ਚੱਲਦੀ ਹੈ ਅਤੇ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਜੀ ਕਲਮ ਦੀ ਮਾਰ ਆ ਇੱਥੇ। ਕਲਮ ਦੇ ਨਾਲ ਅਗਲੇ ਜੋ ਲਿਖ ਦਿੰਦੇ ਆ ਸਾਰੀ ਉਮਰ ਫਿਰ ਮਿਟਦਾ ਨਹੀਂ। ਸੋ ਉਮੀਦ ਕਰਦੇ ਹਾਂ ਕਿ ਕੁਝ ਨਾ ਕੁਝ ਤੁਹਾਨੂੰ ਜਿਹੜਾ ਉਹ ਜ਼ਰੂਰ ਅੱਜ ਦੇ ਪ੍ਰੋਗਰਾਮ ਤੋਂ ਸਿੱਖਣ ਦਾ ਮੌਕਾ ਮਿਲਿਆ ਹੋਵੇਗਾ। ਅਤੇ ਪ੍ਰੋਗਰਾਮ ਦੇ ਬਾਬਤ ਕੋਈ ਟਿੱਪਣੀ, ਕੋਈ ਤੁਹਾਡਾ ਸਵਾਲ ਹੋਵੇ ਕਾਨੂੰਨ ਦੇ ਮੁਤਲਕ ਤਾਂ ਤੁਸੀਂ ਉਹ ਸਵਾਲ ਕਰ ਦਿਓ। ਅਸੀਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਢਿੱਲੋਂ ਸਾਹਿਬ ਤੋਂ ਉਹਦੇ ਬਾਬਤ ਟਿੱਪਣੀਆਂ ਜਵਾਬ ਲੈ ਲਾਂਗੇ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।